ਪਲੱਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਮੈਂ ਤੁਹਾਡੀ ਹੋਸਟ ਅਸ਼ਮਿਤਾ, ਸਾਰਿਆਂ ਨੂੰ ਇੱਕ ਵਾਰੀ ਫਿਰ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਇਤਿਹਾਸ ਕਹਿੰਦੇ ਹੈ ਕਿ ਜੋ ਇਤਿਹਾਸ ਦੇ ਵਿੱਚ ਜਿੱਤਦਾ ਹੈ ਉਹ ਇਤਿਹਾਸ ਨੂੰ ਲਿਖਦਾ ਹੈ। ਹਿਸਟਰੀ ਇਜ਼ ਰਿਟਨ ਬਾਈ ਦ ਵਿਨਰਸ। ਹਿਸਟਰੀ, ਹਿਜ਼ ਸਟੋਰੀ, ਕਿਸੇ ਦੀ ਕਹਾਣੀ ਹਿਸਟਰੀ ਨੂੰ ਕਿਹਾ ਜਾਂਦਾ ਹੈ। ਬਟ ਇਤਿਹਾਸ ਦੇ ਵਿੱਚ ਕੁਝ ਇਹੋ ਜਿਹੀ ਆਬਜੈਕਟਿਵ ਫੈਕਟਸ ਹੁੰਦੇ, ਇਤਫਾਕ ਹੁੰਦੇ ਜਿਨ੍ਹਾਂ ਨੂੰ ਤੁਸੀਂ ਬਦਲ ਨਹੀਂ ਸਕਦੇ। ਉਹਨਾਂ ਨੂੰ ਸਮਝ ਕੇ ਉਹਨਾਂ ਤੋਂ ਸਿੱਖ ਸਕਦੇ ਹੋ, ਉਹਨਾਂ ਨੂੰ ਪ੍ਰੀਜ਼ਰਵ ਕਰ ਸਕਦੇ ਹੋ, ਉਹਨਾਂ ਨੂੰ ਅਗਲੀ ਪੀੜ੍ਹੀਆਂ ਤੱਕ ਪਹੁੰਚਾ ਸਕਦੇ ਹੋ। ਬਟ ਇਸ ਐਫਰਟ ਦੇ ਵਿੱਚ ਇਤਿਹਾਸ ਨੂੰ ਸਾਂਭਣ ਲਈ ਕਦੀ ਕਵਾਰ ਇਹੋ ਜਿਹੇ ਚੈਲੰਜਸ ਆਉਂਦੇ ਹੈ ਜਿਹਦੇ ਨਾਲ ਪੂਰੀ ਸਿਵਲਾਈਜੇਸ਼ਨਸ, ਪੂਰੀ ਕਮਿਊਨਿਟੀਜ਼ ਨੂੰ ਖਤਰਾ ਪੈ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਅਗਰ ਤੁਸੀਂ ਕਿਸੇ ਕਮਿਊਨਿਟੀ ਨੂੰ, ਕਿਸੇ ਲੋਕਾਂ ਦੇ ਇਕੱਠ ਨੂੰ ਤੋੜਨਾ ਹੋਏ, ਉਹਨਾਂ ਦਾ ਇਤਿਹਾਸ ਖਤਮ ਕਰ ਦਿਓ ਜਾਂ ਉਹਨਾਂ ਦੇ ਇਤਿਹਾਸ ਨੂੰ ਮੋੜ ਦਿਓ, ਤੋੜ ਦਿਓ, ਕੁਛ ਹੋਰ ਹੀ ਬਣਾ ਦਿਓ, ਤਾਂ ਕਿ ਉਹਨਾਂ ਦੀ ਅਗਲੀ ਪੀੜ੍ਹੀਆਂ ਨੂੰ ਇਹ ਨਾ ਪਤਾ ਹੋਏ ਉਹ ਕੌਣ ਹਨ, ਕਿੱਥੋਂ ਆਉਂਦੇ ਹੈ, ਕੀ ਉਹਨਾਂ ਦੀ ਐਨਸੈਸਟਰੀ ਹੈਗੀ, ਹਿਸਟਰੀ ਹੈਗੀ। ਸਾਡੀ ਕੌਮ ਦੇ ਨਾਲ ਵੀ ਇਹ ਕਾਫੀ ਕੁਝ ਹੋ ਰਿਹਾ ਹੈ। ਜਦੋਂ ਅਸੀਂ ਪੰਜਾਬ ਬਾਰੇ ਸੋਚਦੇ ਹਾਂ, ਕਿਸ ਤਰ੍ਹਾਂ ਇਤਿਹਾਸ ਨੂੰ ਮੋੜਿਆ ਜਾ ਰਿਹਾ ਹੈ, ਭਾਵੇਂ ਉਹ ਇੱਕ ਅਫੀਸ਼ੀਅਲ ਤੌਰ 'ਤੇ ਹੋਏ, ਸਕੂਲਸ ਦੇ ਕਰਿਕੂਲਮ ਦੇ ਵਿੱਚ, ਐਜੂਕੇਸ਼ਨ ਸਿਸਟਮ ਦੇ ਵਿੱਚ, ਕਿਤਾਬਾਂ ਦੇ ਵਿੱਚ ਬਦਲਾਵ ਦੇ ਨਾਲ, ਜਾਂ ਇੱਕ ਅਨਅਫੀਸ਼ੀਅਲ ਤੌਰ 'ਤੇ ਹੋਏ, ਸਾਡੇ ਗੁਰੂਆਂ ਦੀ ਹਿਸਟਰੀ ਉਹਨੂੰ ਚੇਂਜ ਕਰਕੇ। ਬਟ ਇਹ ਜੋ ਇੱਕ ਤੁਸੀਂ ਕਹਿ ਲਓ ਫਿਨੋਮੀਨਨ ਹੈ, ਇਹ ਇੱਕ ਜੋ ਪ੍ਰੋਸੈਸ ਹੋ ਰਿਹਾ ਹੈ, ਸਿਰਫ ਪੰਜਾਬ ਦੇ ਵਿੱਚ ਨਹੀਂ ਵੇਖਣ ਨੂੰ ਮਿਲ ਰਿਹਾ। ਇਨਫੈਕਟ ਪਿਛਲੇ ਕੁਛ ਹਫ਼ਤਿਆਂ ਦੇ ਵਿੱਚ, ਮਹੀਨਿਆਂ ਦੇ ਵਿੱਚ ਖਬਰਾਂ ਬਾਰ-ਬਾਰ ਅੱਗੇ ਆ ਰਹੀਆਂ ਕਿ ਕਿਸ ਤਰ੍ਹਾਂ ਇਹੋ ਜਿਹੇ ਸਿਸਟਮੈਟਿਕ ਤਰੀਕੇ ਦੇ ਨਾਲ ਇੰਡੀਆ ਦੇ ਵੱਖ-ਵੱਖ ਸਟੇਟਾਂ ਦੇ ਵਿੱਚ ਇਹ ਸਭ ਕੁਝ ਹੋ ਰਿਹਾ ਹੈ। ਉਨ ਸਟੇਟਾਂ ਦੇ, ਉਨ ਲੋਕਾਂ ਦੇ ਇਤਿਹਾਸ ਨੂੰ ਬਦਲਣ ਲਈ। ਇੰਡੀਆ ਇੰਨਾ ਡਿਵਰਸ ਇੱਕ ਮੁਲਕ ਹੈ, ਕਿੰਨੀ ਹਜ਼ਾਰਾਂ ਲੈਂਗੁਏਜਸ ਬੋਲੀਆਂ ਜਾਂਦੀਆਂ, ਕਿੰਨੀ ਸਬ ਕਲਚਰਸ ਹਨ ਇੰਡੀਆ ਦੇ ਵਿੱਚ। ਇਹ ਇੱਕ ਇੰਡੀਆ ਦੀ ਤੁਸੀਂ ਕਹਿ ਲਓ ਖਾਸੀਅਤ ਹੈ, ਖੂਬੀਅਤ ਹੈ ਕਿ ਇੰਨੇ ਵੱਖਰੇ ਕਿਸਮ ਦੇ ਲੋਕ ਇਕੱਠੇ ਰਹਿੰਦੇ ਹੈ, ਇੱਕ ਦੂਜੇ ਨੂੰ ਇੰਡੀਅਨ ਮੰਨਦੇ ਹੈ, ਆਪਣੇ ਆਪ ਨੂੰ ਇੰਡੀਅਨ ਮੰਨਦੇ ਹੈ। ਬਟ ਅਗਰ ਉਹਨਾਂ ਦਾ ਜੋ ਇਤਿਹਾਸ ਹੈ, ਜੋ ਇੰਡੀਆ ਦੇ ਇਤਿਹਾਸ ਦੇ ਵਿੱਚ ਇੱਕ ਇੰਨਾ ਵੱਡਾ ਰੋਲ ਪਲੇ ਕਰਦਾ, ਉਹਨੂੰ ਹੀ ਬਦਲ ਦਿੱਤਾ ਜਾਏ, ਕੀ ਫਿਊਚਰ ਰਹਿ ਜਾਊਗਾ ਉਨ ਸਾਰੇ ਸਬ ਕਲਚਰਸ ਦਾ? ਕੀ ਫਿਊਚਰ ਰਹਿ ਜਾਊਗਾ ਸਾਡੇ ਪੰਜਾਬ ਦਾ, ਸਾਡੇ ਸਿੱਖਾਂ ਦਾ? ਇਨ ਚੀਜ਼ਾਂ ਨੂੰ ਸਮਝਣ ਲਈ ਕੀ ਕੁਝ ਵਰਤਿਆ ਜਾ ਰਿਹਾ ਹੈ, ਕੀ ਟੈਕਨੀਕਸ ਇਸਤੇਮਾਲ ਕੀਤੀਆਂ ਜਾ ਰਹੀਆਂ ਇਸ ਵੇਲੇ, ਨਾ ਕਿ ਸਿਰਫ ਪੰਜਾਬ ਦੇ ਵਿੱਚ ਬਟ ਇੰਡੀਆ ਦੇ ਹੋਰ ਵੱਖ-ਵੱਖ ਸਟੇਟਾਂ ਦੇ ਵਿੱਚ, ਉਹਨੂੰ ਸਮਝਣ ਲਈ ਅੱਜ ਅਸੀਂ ਤੁਹਾਡੇ ਨਾਲ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਅੱਜ ਸਾਡੇ ਨਾਲ ਇੱਕ ਇਹੋ ਜਿਹੇ ਗੈਸਟ ਜੁੜ ਰਹੇ ਹੈ ਜੋ ਜਦੋਂ ਵੀ ਇਤਿਹਾਸ ਨੂੰ ਸਮਝਣ ਲਈ ਅੱਜ ਦੀ ਡੇਟ ਦੇ ਵਿੱਚ, ਉਹ ਵੀ ਇੱਕ ਸਾਇੰਟੀਫਿਕ ਤੌਰ ਦੇ ਨਾਲ ਸਾਨੂੰ ਲੋੜ ਪੈਂਦੀ ਹੈ, ਅਸੀਂ ਇਸ ਗੈਸਟ ਨੂੰ ਸੱਦਦੇ ਹਾਂ। ਜੁਆਇਨਿੰਗ ਅਸ once again from the great state of California, ਡਾਕਟਰ ਸੁਖਮੰਦਰ ਸਿੰਘ ਜੀ। ਸਭ ਤੋਂ ਪਹਿਲੇ ਡਾਕਟਰ ਸੁਖਮੰਦਰ ਜੀ, ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਡਾਕਟਰ ਸਾਹਿਬ, ਤੁਸੀਂ ਜਦੋਂ ਵੀ ਸਾਡੇ ਨਾਲ ਜੁੜਦੇ ਹੋ, ਇਹੋ ਜਿਹਾ ਲੱਗਦਾ ਕਿ ਸਾਡੇ ਆਪਣਿਆਂ ਵੱਲੋਂ ਇੱਕ ਸਾਨੂੰ ਕਾਲਜ ਦਾ ਜਾਂ ਯੂਨੀਵਰਸਿਟੀ ਦਾ ਕੋਰਸ ਸੁਣਨ ਨੂੰ ਮਿਲ ਰਿਹਾ ਹੈ ਆਪਣੀ ਬੋਲੀ ਦੇ ਵਿੱਚ, ਆਪਣੀ ਮਾਂ ਬੋਲੀ ਦੇ ਵਿੱਚ। ਸੋ ਸਭ ਤੋਂ ਪਹਿਲੇ ਤਾਂ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਟਾਈਮ ਕੱਢ ਕੇ ਅੱਜ ਇੱਕ ਵਾਰੀ ਫਿਰ ਜੁੜੇ। ਅਫੀਸ਼ੀਅਲ ਤੌਰ 'ਤੇ ਤਾਂ ਤੁਸੀਂ ਇੰਜੀਨੀਅਰਿੰਗ ਦੀ ਦੁਨੀਆ ਦੇ ਵਿੱਚ, ਸਾਇੰਸ ਦੀ ਦੁਨੀਆ ਤੋਂ ਆਉਂਦੇ ਹੋ, ਪ੍ਰੋਫੈਸਰ ਆਫ ਇੰਜੀਨੀਅਰਿੰਗ, ਐਸੋਸੀਏਟ ਡੀਨ ਆਫ ਦ ਸਕੂਲ ਆਫ ਇੰਜੀਨੀਅਰਿੰਗ ਐਟ ਦ ਸੈਂਟਾ ਕਲਾਰਾ ਯੂਨੀਵਰਸਿਟੀ ਇਨ ਕੈਲੀਫੋਰਨੀਆ। ਬਟ ਉਸ ਤੋਂ ਇਲਾਵਾ ਤੁਸੀਂ ਕਿੰਨੀ ਵਿਜ਼ਿਟਿੰਗ ਪ੍ਰੋਫੈਸਰਸ਼ਿਪਸ ਕਰ ਚੁੱਕੇ ਹੋ ਦੁਨੀਆ ਦੀ ਮੰਨੇ ਪਰਮੰਨੇ ਇੰਸਟੀਟਿਊਸ਼ਨਸ ਦੇ ਵਿੱਚ, ਭਾਵੇਂ ਕੈਂਬਰਿਜ ਯੂਨੀਵਰਸਿਟੀ ਹੋਏ, ਹੋਰ ਵੱਖ-ਵੱਖ ਥਾਵਾਂ ਦੇ ਵਿੱਚ। ਬਟ ਸਾਡੇ ਲਈ, ਸਾਡੀ ਵਿਊਅਰਸ ਲਈ ਤੁਸੀਂ ਇੱਕ ਇਹੋ ਜਿਹੀ ਆਵਾਜ਼ ਹੋ ਜੋ ਹਮੇਸ਼ਾ ਸਾਨੂੰ ਸਿੱਖੀ ਤੇ ਸਿੱਖ ਇਤਿਹਾਸ ਦੇ ਨਾਲ ਜੋੜ ਕੇ ਰੱਖਦੀ ਹੈ, ਜਾਣਕਾਰ ਰੱਖਦੀ ਹੈ। ਸੋ ਗੁੱਡ ਟੂ ਹੈਵ ਯੂ ਐਜ਼ ਆਲਵੇਜ਼ ਡਾਕਟਰ ਸਾਹਿਬ।
ਡਾਕਟਰ ਸਾਹਿਬ, ਜਦੋਂ ਅਸੀਂ ਇਸ ਪ੍ਰੋਗਰਾਮ ਦੀ ਤਿਆਰੀ ਕਰ ਰਹੇ ਸੀ, ਦੋ ਚੀਜ਼ਾਂ ਸਾਡੇ ਅੱਗੇ ਆਈਆਂ। ਇੱਕ ਤਾਂ ਜੋ ਨਿਊਜ਼ ਦੇ ਵਿੱਚ ਰੀਸੈਂਟਲੀ ਵੱਖ-ਵੱਖ ਸਟੋਰੀਜ਼ ਆ ਰਹੀਆਂ ਜੋ ਸਾਡੇ ਪੰਜਾਬ ਤੋਂ ਹਟ ਕੇ ਦੱਸਦੀਆਂ ਕਿ ਕਿਸ ਤਰ੍ਹਾਂ ਇੰਡੀਆ ਦੇ ਗੁਜਰਾਤ, ਉੱਤਰਾਖੰਡ, ਹਰਿਆਣਾ ਦੇ ਵਿੱਚ ਕੁਝ ਇਹੋ ਜਿਹੀ ਪ੍ਰੈਕਟਿਸਿਸ ਹੋ ਰਹੀਆਂ, ਲੋਕੀ ਇਹਨਾਂ ਦੇ ਖਿਲਾਫ ਖੜ ਰਹੇ ਹੈ, ਪ੍ਰੋਟੈਸਟ ਕਰ ਰਹੇ ਹੈ। ਬੜੇ ਸਾਨੂੰ ਚਿੰਤਕ ਕਰ ਦਿੰਦੀਆਂ ਕਿ ਇਹ ਸਿਰਫ ਪੰਜਾਬ ਦੇ ਵਿੱਚ ਨਹੀਂ ਹੋ ਰਿਹਾ ਹੈ, ਹੋਰ ਥਾਵਾਂ 'ਤੇ ਹੋ ਰਿਹਾ ਹੈ। ਬਟ ਆਫ ਕੋਰਸ ਸਾਡਾ ਦਿਲ ਤਾਂ ਪੰਜਾਬ ਦੇ ਨਾਲ ਜੁੜਿਆ ਹੋਇਆ, ਸੋ ਉੱਥੇ ਅਸੀਂ ਸ਼ੁਰੂ ਕਰਦੇ ਹਾਂ, ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬ ਦੇ ਨਾਲ ਕਰਦੇ ਹਾਂ। ਡਾਕਟਰ ਸਾਹਿਬ, ਤੁਸੀਂ ਮੈਨੂੰ ਸਿਵਲਾਈਜੇਸ਼ਨ ਬਾਰੇ ਦੱਸ ਰਹੇ ਸੀ ਕਿ ਕਿਸ ਤਰ੍ਹਾਂ ਅਗਰ ਸਿਵਲਾਈਜੇਸ਼ਨ ਦਾ ਜੋ ਕੋਰਸ ਹੈ ਉਹਨੂੰ ਚੇਂਜ ਕਰਨਾ ਹੋਏ, ਕਿਸੇ ਸਿਵਲਾਈਜੇਸ਼ਨ ਨੂੰ ਤੋੜਨਾ ਹੋਏ, ਕੀ ਕੁਛ ਕੀਤਾ ਜਾਂਦਾ ਹੈ, ਉਹਦੇ ਵਿੱਚ ਇਤਿਹਾਸ ਦੀ ਕੀ ਜਗ੍ਹਾ ਹੁੰਦੀ ਹੈ। ਇਹਦੇ ਨਾਲ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ, ਇਸ ਮੁੱਦੇ ਉੱਤੇ ਤੁਸੀਂ ਕੀ ਸ਼ੁਰੂਆਤ ਦੇ ਵਿੱਚ ਕਹਿਣਾ ਚਾਹੋਗੇ? ਤੁਸੀਂ ਬਿਲਕੁਲ ਇਹ ਪੁਆਇੰਟ ਠੀਕ ਰੇਜ਼ ਕੀਤਾ ਹੈ ਕਿ ਇਹ ਤਾਂ ਮੰਨੀ ਪਵਨੀ ਗੱਲ ਹੈ ਕਿ ਕਿਸੇ ਵੀ ਸਿਵਲਾਈਜੇਸ਼ਨ ਨੂੰ ਡਿਸਟਰੋਏ ਕਰਨਾ ਹੋਵੇ ਤੇ ਉਹਦੀ ਹਿਸਟਰੀ ਨੂੰ ਡਿਸਟਾਰਟ ਕਰ ਦੇ, ਔਰ ਕਰਨ ਦਾ ਤਰੀਕਾ ਮੋਸਟਲੀ ਪਬਲਿਕ ਸਕੂਲ ਤੋਂ ਯੂਜ਼ ਕੀਤਾ ਜਾਂਦਾ ਹੈ। ਉਹ ਬੱਚਿਆਂ ਨੂੰ ਜੋ ਪੜ੍ਹਾਇਆ ਜਾਂਦਾ ਡਿਸਟਾਰਟਡ ਹਿਸਟਰੀ ਪੜ੍ਹਾਈ ਜਾਂਦੀ ਹੈ, ਕਿਉਂਕਿ ਉਹ ਤੁਹਾਡੀ ਵਿਰਸਾ ਹੈ ਤੇ ਉਹਦੇ ਰਾਹੀਂ ਡਿਸਟਰੋਏ ਹੁੰਦੀ ਹੈਗੀ ਹੈ। ਤੁਸੀਂ ਹਿਟਲਰ ਦੇ ਮਿਸਾਲ ਲੈ ਲਓ, ਜਿਹੜੇ ਜਿਊਜ਼ ਜਿਹਨਾਂ ਨਾਲ ਐਡੇ ਵੱਡੇ ਪਾਰਟਨਰਸ਼ਿਪ ਦੇ ਬਿਜ਼ਨਸ ਦੇ ਵਿੱਚ ਵੱਡੇ ਵੱਡੇ ਬੰਦੇ, ਲੇਕਿਨ ਹਿਟਲਰ ਨੇ ਕੁਝ ਇਸ ਤਰ੍ਹਾਂ ਸਪਿਨ ਦਿੱਤੀ ਕਿ ਉਹੀ ਜਿਉਂ ਦੇ ਪਾਰਟਨਰ ਤੋਂ ਅਲੱਗ ਹੋ ਗਏ, ਬਲਕਿ ਉਹਨੂੰ ਮਾਰਨ ਨੂੰ ਤਿਆਰ ਹੋ ਗਏ। ਇਹ ਤਾਂ ਹੈਗਾ ਕਿ ਕਿਸ ਤਰ੍ਹਾਂ ਨਾਲ ਹਿਸਟਰੀ ਡਿਸਟਾਰਟ ਕਰਕੇ ਇਹ ਆਪਣਾ ਉਹਨੂੰ ਸਿੱਧਾ ਕਰਦੇ ਨੇ। ਪਰ ਉਹ ਕਰਦੇ ਕਿੱਦਾਂ? ਇੱਕ ਤਾਂ ਪਬਲਿਕ ਸਕੂਲ ਨੂੰ ਯੂਜ਼ ਕਰਕੇ ਬੱਚਿਆਂ ਰਾਹੀਂ ਉਹਦੇ ਟੈਕਸਟ ਬੁੱਕਾਂ ਚੇਂਜ ਕਰ ਦਿੰਦੇ ਨੇ, ਦੂਜਾ ਪਬਲਿਕ ਮੀਡੀਆ ਰਾਹੀਂ। ਹੁੰਦਾ ਕੀ ਹੈਗਾ? ਹੁੰਦੀਆਂ ਦੋ ਤਿੰਨ ਚੀਜ਼ਾਂ। ਇਹ ਨੰਬਰ 1, ਉਹ ਜਿਹੜੇ ਵੀ ਵਿਕਟਮਸ ਨੇ ਨਾ ਉਹਨਾਂ ਨੂੰ ਹੀਰੋ ਦੇ ਤੌਰ ਤੇ ਦਿਖਾਉਂਦੇ ਨੇ, ਮਾਰ ਪਈ ਇੱਥੇ, ਉਹ ਕੀਤੀ, ਉਹਨਾਂ ਨੂੰ ਕਹੋ ਨਹੀਂ ਉਹ ਤਾਂ ਫਾਈਟਰ ਸੀਗੇ ਫਰੀडम ਦੇ, ਮੁਗਲ ਆਏ, ਫਲਾਣੇ ਆਏ, ਕਿ ਆਏ ਸੀ, ਉਹ ਤੇ ਬਜਾਏ ਕਿ ਕਹੋ ਤੁਸੀਂ ਵੀ ਕਮਜ਼ੋਰ ਸੋਗੇ, ਜਿਵੇਂ ਮੁਹੰਮਦ ਗੌਰੀ ਆਇਆ 17 ਵਾਰ ਹਮਲੇ ਕੀਤੇ ਹੋਣੇ। ਦੂਜੇ ਪਾਸੇ ਜਿਹੜੇ ਈਵੈਂਟਸ ਨੇ ਨਾ ਹੋ ਚੁੱਕੇ ਜਾਂ ਹੋਣੇ ਨੇ, ਉਹ ਤਿੰਨ ਤਰੀਕੇ ਨਾਲ ਉਹਨੂੰ ਚੇਂਜ ਕਰਦੇ ਨੇ। ਨੰਬਰ 1, ਕਈ ਈਵੈਂਟ ਓਮਿਟ ਕਰ ਦਿੰਦੇ ਹਿਸਟਰੀ ਚੋਂ, ਜਾਂ ਨਵੇਂ ਈਵੈਂਟ ਕ੍ਰੀਏਟ ਕੀਤੇ ਜਾਂਦੇ ਨੇ, ਜਾਂ ਮੈਨੀਪੂਲੇਟਡ ਸਟੋਰੀਜ਼ ਬਣਾਈ ਜਾਂਦੀਆਂ ਨੇ ਔਰ ਉਹ ਕਿਤਾਬਾਂ 'ਚ ਪਾਈ ਜਾਂਦੀਆਂ ਨੇ। ਹੁਣ ਤੁਸੀਂ ਹਿਸਾਬ ਲਾਓ, ਤੁਸੀਂ ਗੱਲ ਕੀਤੀ ਇੰਡੀਆ ਦੀ, ਦੂਜੇ ਹੋ ਰਹੇ ਮੈਨੂੰ ਯਾਦ ਆ ਗਿਆ। ਤੁਸੀਂ ਨੋਟ ਕਰੋ ਕਿ ਹੜੱਪਨ ਵੈਲੀ ਜਿਹੜੀ ਸੀ, ਉਹਨੂੰ ਕੱਚ ਨੂੰ ਹੜੱਪਨ ਨੂੰ ਨਹੀਂ ਕਹਿੰਦੇ, ਉਹ ਕਹਿੰਦੇ ਨੇ ਸਿੰਧੂ ਘਾਟੀ, ਔਰ ਇਹ ਕਹਿੰਦੇ ਨੇ ਆਰੀਅਨ ਲੋਕਲ ਨੇ ਇੰਡੀਆ ਦੇ, ਦਰਾਵਿਡੀਅਨ ਤੇ ਬਾਰਬੈਰਿਕ ਸਣਗੇ। ਉਹਨਾਂ ਲੜਾਈ ਕੀਤੀ ਜੀ, ਉਹ ਮਹਾਬਲੀ ਦੇਖੀ ਨੇ ਪਿੱਛੇ ਤੁਸੀਂ। ਉਹ ਜਿਹੜੇ ਸਾਊਥ ਇੰਡੀਅਨ ਨੇ ਕਹਿੰਦੇ ਨੇ ਸਾਨੂੰ ਬਾਰਬੈਰਿਕ ਦੱਸੀ ਜਾਂਦੇ ਨੇ, ਓਰੀਜਨਲ ਤਾਂ ਅਸੀਂ ਆਂਗੇ। ਲੇਕਿਨ ਇਹ ਕੁਛ ਕਹਿ ਰਹੇ ਨਾ ਕਿ ਆਰੀਅਨ ਜਿਹੜੇ ਨੇ ਨਾ ਐਕਚੁਅਲੀ ਉਹ ਓਰੀਜਨਲ ਇੰਡੀਅਨ ਨੇ, ਉਹ ਬਾਹਰੋਂ ਕਿਤੋਂ ਆਏ। ਹੁਣ ਦੇਖੋ ਇਹ ਡਾਇਰੈਕਟ ਕਨਫਲਿਕਟ ਹੈ ਉਹਦੇ ਨਾਲ। ਦੂਜੇ ਪਾਸੇ ਹੋਰ ਬੜੇ ਇੰਟਰਸਟਿੰਗ ਚੀਜ਼ ਦੱਸੋ ਤੁਸੀਂ, ਇਹ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਕਿ ਬਈ ਤੁਸੀਂ ਨਾ ਹੁਣ ਹਿਸਾਬ ਲਾਓ ਬਈ ਅਮਿਤ ਸ਼ਾਹ ਨੇ ਵੀ ਕਿਹਾ ਵੀ ਦੇ ਹੈਵ ਡਿਮੋਨਾਈਜ਼ਡ ਹਿੰਦੂਜ਼, ਡਿਮੋਨਾਈਜ਼ਡ ਦਿਸ ਕਲਚਰ। ਉਹ ਜੀ ਮੁਗਲ ਕਲਚਰ ਨੂੰ ਬਹੁਤ ਜ਼ਿਆਦਾ ਹਾਈਲਾਈਟ ਕੇ ਦਿਖਾਇਆ ਜਾ ਰਿਹਾ ਹੈਗਾ, ਤੇ ਕਿੱਥੇ ਗਿਆ ਉਹ ਕਲਚਰ ਜਿਹੜਾ ਪਾਂਡਵਾਂ ਦਾ ਸੀ, ਗੁਪਤਾ ਪੀਰੀਅਡ ਸੀ, ਮਾਡਰਨ ਪੀਰੀਅਡ ਸੀ, ਉਹ ਕਿਉਂ ਨਹੀਂ ਦਿਖਾਉਂਦੇ ਪਏ, ਉਹਨੂੰ ਘੱਟ ਕਰੋ। ਹੁਣ ਮੈਂ ਤੁਹਾਨੂੰ ਇੱਕ ਕੋਟ ਕਰਦਾ ਅਮਿਤ ਸ਼ਾਹ ਦੀ। ਹਾਂਜੀ, ਜੂਨ 10 ਨੂੰ ਉਹਨੇ ਸਟੇਟਮੈਂਟ ਦਿੱਤੀ ਹੈ। ਅਮਿਤ ਸ਼ਾਹ ਸੈਡ ਐਟ ਏ ਬੁੱਕ ਲਾਂਚਿੰਗ, ਨਾਟ ਇਨ ਕੋਟ, ਉਹਦੀ ਕੋਟ ਹੈ। Country's history, our country's history has been represented by giving too much importance to Mughals at the cost of empires of Pandavas, Maurya and Guptas, etc. And now no one can stop us from rewriting it, quote closes. Wow. No one can stop it, then changing it. Can you imagine? कि ਇਹ ਮਿਟਾ ਦੇਣਗੇ ਕਿ ਸੋਮਨਾਥ ਦੇ ਮੰਦਰ ਦੇ ਦਰਵਾਜ਼ੇ ਲੈ ਕੇ ਚਲੇ ਗਏ ਸੀ ਅਫਗਾਨਿਸਤਾਨ 'ਚ, ਉੱਥੋਂ ਮਹਾਰਾਜਾ ਸਿੰਘ ਲੈ ਕੇ ਆਇਆ। ਮੁਹੰਮਦ ਗੌਰੀ ਨੇ 17 ਵਾਰ ਹਮਲਾ ਕੀਤਾ ਇੰਡੀਆ 'ਚ, ਇਹ ਰਿਕਾਰਡਡ ਹੈਗਾ। ਘਰੇ ਬੈਠਣ ਤੋਂ ਇੰਨੇ ਵਾਰ ਛਿੱਤਰ ਪਾਏ। ਕੀ ਤੁਸੀਂ ਖੁਜਰਾਏ ਦੇ ਜਿਹੜੇ ਐਡਾ ਐਕਸਪਰਟ 6 ਦੀਆਂ ਦਿਖਾਈਆਂ ਨੇ ਮੰਦਰ, ਉਹ ਢਾਹ ਕੇ ਦੁਬਾਰਾ ਬਣਾਓਗੇ? ਯੂ ਕੈਨਟ ਇਰੇਜ਼ ਦੋਜ਼। ਇਸ ਕਰਕੇ ਸਮਹਾਉ ਸਟਿਲ ਓਵਰਆਲ ਇੰਡੀਆ, ਤੁਸੀਂ ਕਿਹਾ ਕੁਰੂਕਸ਼ੇਤਰ ਦੇ ਵਿੱਚ ਸਾਹਮਣੇ ਇੱਕ ਐਗਜ਼ਾਮਪਲ ਦੇਵਾਂ, ਆਪਣਾ ਟਾਈਮ ਲੱਗ ਜਾਏਗਾ, ਪਰ ਇਨ ਸਮਰੀ what is being done
to so manipulate history and events to fit in their political ideology. ਜਿਹੜੀ ਇੰਡੀਆ ਦੀ ਪੋਲੀਟੀਕਲ ਆਈਡੀਓਲੋਜੀ ਹੈ ਨਾ, ਉਹਦੇ ਵਿੱਚ ਸਾਰੇ ਚਤੁਰਥ ਕਹਿੰਦੇ ਨੇ ਕਿ ਵੀ ਵਰ ਗ੍ਰੇਟ, ਵੀ ਵਰ। ਤੁਹਾਨੂੰ ਬਾਅਦ 'ਚ ਦੱਸਾਂਗਾ ਗੱਲ ਕਿ ਇੱਥੇ ਅਮਰੀਕਾ ਦੇ ਵਿੱਚ ਵੀ ਇੱਕ ਧਰਮ ਅਕੈਡਮੀ ਸ਼ੁਰੂ ਹੋਈ ਹੈ। ਉਹਦੇ ਵਿੱਚ ਕਹਿੰਦੇ ਸਿਰਫ ਦੋ ਮੇਨ ਰਿਲੀਜਨ ਨੇ, ਇੱਕ ਐਬਰਾਹਮ ਟਾਈਪ, ਉਹਦੇ ਅੰਡਰ ਜੂਡਾਇਜ਼ਮ, ਕ੍ਰਿਸਚੀਅਨਿਟੀ ਜੀ, ਉਹਦਾ ਸਟ੍ਰਿਕਟ ਹੈ। ਦੂਜੀ ਹੈਗੀ ਹੈ ਸਨਾਤਨ ਧਰਮ, ਉਹ ਮੇਨ ਦੇ ਉਹਦੇ ਅੰਡਰ ਜੈਨਿਜ਼ਮ, ਸਿੱਖੀਜ਼ਮ, ਬੁੱਧਿਜ਼ਮ ਆਉਂਦਾ। ਇੱਦਾਂ ਲੰਬ ਕਰੀ ਜਾ ਰਹੇ ਨੇ ਇੱਥੇ ਵੀ। ਸੋ ਐਨੀਵੇ ਇੰਡੀਆ, ਮੈਂ ਗੱਲ ਲੰਬੀ ਨਾ ਕਰਾਂ, ਮਕਸਦ ਵਿੱਚੋਂ ਇਹ ਹੈਗਾ ਕਿ ਓਵਰਆਲ the way we are twisting the history. So for example, ho ki dama, but let's not stop here. The conclusion is this: right in front of your own eyes, the union minister saaf keh raha hai, they are now distorting your heritage as written in the history. They are manipulating events. They're creating new stories to fit their political strategy. That's what is going on now. ਉਸੇ ਕਿਸੇ ਪੰਜਾਬ ਦੇ ਬਾਰੇ ਡਾਕਟਰ ਸਾਹਿਬ, ਮੈਂ ਇੱਥੇ ਸਿਰਫ ਇੱਕ ਵਾਰੀ ਫਿਰ ਦੁਹਰਾਉਣਾ ਚਾਹੁੰਦੀ ਹਾਂ। ਇਸ ਤੋਂ ਪਹਿਲੇ ਅਸੀਂ ਪੰਜਾਬ ਦੀ ਗੱਲ ਖੁੱਲ੍ਹੀ ਤੌਰ 'ਤੇ ਕਰੀਏ ਸ਼ੁਰੂ। ਅਮਿਤ ਸ਼ਾਹ ਵੱਲੋਂ ਜੋ ਕੋਟ ਤੁਸੀਂ ਮਤਲਬ ਉਹਨਾਂ ਦੇ ਆਪ ਦੇ ਲਫ਼ਜ਼ ਸਾਨੂੰ ਸੁਣਾਏ, ਉਹਦੇ ਵਿੱਚ ਇਹ ਖੁੱਲ੍ਹੇ ਤੌਰ 'ਤੇ ਮਤਲਬ ਬਿਆਨ ਦਿੱਤਾ ਗਿਆ ਇੱਕ ਵੱਡੀ ਇਵੈਂਟ 'ਤੇ ਕਿ ਹੁਣ ਸਾਡਾ ਮੌਕਾ ਹੈ ਇਸ ਇਤਿਹਾਸ ਨੂੰ ਆਪਣੇ ਤੌਰ 'ਤੇ ਲਿਖਣ ਦਾ, ਰੀਰਾਈਟਿੰਗ ਹਿਸਟਰੀ। ਇਹ ਸਟੇਟ ਜੂਨ 10 2022 ਦੀ ਦਿੱਤੀ ਗਈ ਹੈ। ਬੁੱਕ ਲਾਂਚ ਹੋ ਰਿਹਾ ਸੀਗਾ, ਉੱਥੇ ਉਹਨੇ ਸਾਫ਼ ਕਿਹਾ our country's history has been represented by giving too much prominence to Mughals at the cost of empires of Pandu, those things, and now no one can stop us from rewriting it. very ਇਹ ਬਹੁਤ ਇੱਕ ਮੈਂ ਕਹਾਂਗੀ very recent statement ਹੈ, not just recent but so important। ਇੱਕ ਮਾਈਂਡਸੈਟ ਦੱਸਣ ਲਈ ਕਿ ਕਿਸ ਮਾਈਂਡਸੈਟ ਤੋਂ ਇਹ ਮਾਈਂਡਸੈਟ ਇੰਨੇ ਪੱਕੇ ਤੌਰ 'ਤੇ ਅਜ਼ਮਾਇਆ ਜਾ ਰਿਹਾ ਹੈ ਕਿ ਇਹਨੂੰ ਓਪਨਲੀ ਲੋਕਾਂ ਨੂੰ ਦੱਸਿਆ ਜਾ ਰਿਹਾ that what we intend to do is to rewrite history। ਇਹਦੇ ਕੀ ਰੀਅਲ ਲਾਈਫ ਐਗਜ਼ਾਮਪਲਸ ਕੀ ਸਬੂਤ ਵੇਖਣ ਨੂੰ ਮਿਲ ਰਿਹਾ, ਉਹਦੇ ਬਾਰੇ ਮੈਂ ਗੱਲ ਤੁਹਾਡੇ ਨਾਲ ਕਰਨਾ ਚਾਹੁੰਦੀ ਹਾਂ। ਇੱਥੇ ਇੱਕ ਛੋਟੀ ਜਿਹੀ ਬ੍ਰੇਕ ਦਾ ਸਮਾਂ ਆ ਗਿਆ। ਡਾਕਟਰ ਸੁਖਮੰਦਰ ਸਿੰਘ ਜੀ ਪਲੀਜ਼ ਕਿੱਥੇ ਨਾ ਜਾਓ। ਵਿਊਅਰਸ ਤੁਸੀਂ ਵੀ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਕਿਸ ਤਰ੍ਹਾਂ ਇਤਿਹਾਸ ਨੂੰ ਲਿਖਿਆ ਜਾ ਰਿਹਾ ਹੈ ਇੱਕ ਪੋਲੀਟੀਕਲ ਏਜੰਡੇ ਦੇ ਹੇਠ, ਉਹਦੇ ਬਾਰੇ ਗੱਲ ਜਾਰੀ ਰਹੇਗੀ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਸਾਰਿਆਂ ਨੂੰ ਸਵਾਗਤ ਕਰਦੇ ਹਾਂ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ। ਅਮਿਤ ਸ਼ਾਹ ਵੱਲੋਂ ਇੱਕ ਰੀਸੈਂਟ ਬਿਆਨ ਦਿੱਤਾ ਗਿਆ, ਜੂਨ 10 ਦੀ ਇਹ ਸਟੇਟਮੈਂਟ ਹੈ ਕਿ ਹੁਣ ਮੌਕਾ ਆ ਗਿਆ ਹੈ, ਸਾਡਾ ਮੌਕਾ ਹੁਣ ਹੈ ਆਪਦੇ ਇਤਿਹਾਸ ਨੂੰ ਇੱਕ ਵੱਖਰੇ ਤੌਰ 'ਤੇ ਲਿਖਣ ਦਾ। ਬਟ ਇਤਿਹਾਸ ਨੂੰ ਲਿਖਿਆ ਨਹੀਂ ਜਾਂਦਾ, ਇਤਿਹਾਸ ਨੂੰ ਰਿਕਾਰਡ ਕੀਤਾ ਜਾਂਦਾ ਹੈ। ਜੋ ਇਵੈਂਟਸ ਹੋਈਆਂ ਉਹਨਾਂ ਨੂੰ ਐਜ਼ ਇਟ ਇਜ਼ ਯਾਦ ਰੱਖਣ ਲਈ, ਪ੍ਰੀਜ਼ਰਵ ਕਰਨ ਲਈ, ਅਗਲੀ ਜਨਰੇਸ਼ਨਸ ਲਈ ਰਿਕਾਰਡ ਕੀਤਾ ਜਾਂਦਾ। ਜਦੋਂ ਤੁਸੀਂ ਇਤਿਹਾਸ ਨੂੰ ਲਿਖਣਾ ਸ਼ੁਰੂ ਕਰ ਦਿੰਦੇ ਹੋ, ਉਹ ਇੱਕ ਫੈਕਟ ਤੋਂ ਇੱਕ ਫਿਕਸ਼ਨ ਬਣ ਜਾਂਦਾ ਹੈ। ਇਸ ਚੀਜ਼ ਨੂੰ ਸਮਝਣ ਲਈ ਕਿਸ ਤਰ੍ਹਾਂ ਇਹ ਪ੍ਰੈਕਟਿਸ ਖੁੱਲ੍ਹੇ ਤੌਰ 'ਤੇ ਅੱਜ ਦੀ ਡੇਟ ਦੇ ਵਿੱਚ ਇੰਡੀਆ ਦੇ ਵਿੱਚ ਵੱਖ-ਵੱਖ ਸਟੇਟਸ ਦੇ ਵਿੱਚ, ਪੰਜਾਬ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ, ਅਤੇ ਕੀ ਅਸੀਂ ਕਰ ਸਕਦੇ ਹਾਂ, ਕੀ ਸੋਲਿਊਸ਼ਨਸ ਹਨ ਸਾਡੇ ਕੋਲ ਇਸ ਚੀਜ਼ ਨੂੰ ਰੋਕਣ ਲਈ, ਉਹਨੂੰ ਸਮਝਣ ਲਈ ਸਾਡੇ ਨਾਲ ਸਾਡੇ ਗੈਸਟ ਸਾਡੇ ਨਾਲ ਜੁੜੇ ਹੋਏ ਹੈ ਡਾਕਟਰ ਸੁਖਮੰਦਰ ਸਿੰਘ ਜੀ। ਇੱਕ ਵਾਰੀ ਫਿਰ ਡਾਕਟਰ ਸਾਹਿਬ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਡਾਕਟਰ ਸੁਖਮੰਦਰ ਸਿੰਘ ਜੀ, ਸਾਡੇ ਇਸ ਮੰਚ 'ਤੇ ਅਸੀਂ ਲਗਾਤਾਰ ਪੰਜਾਬ ਦੀ ਕੁਝ ਜੋ ਵੱਡੀ ਸਮੱਸਿਆ ਹਨ ਉਹਨਾਂ ਦੀ ਗੱਲ ਕਰਦੇ ਹਾਂ, ਲੇਕਿਨ ਇਹ ਜੋ ਅਸੀਂ ਰੀਰਾਈਟਿੰਗ ਆਫ ਹਿਸਟਰੀ, ਇਹ ਵਾਲਾ ਜੋ ਮੁੱਦਾ ਹੈ, ਇਹ ਸਿਰਫ ਕਿਸੇ ਇੱਕ ਸਟੇਟ, ਕਿਸੇ ਇੱਕ ਕੌਮ ਦਾ ਮੁੱਦਾ ਨਹੀਂ ਹੈ। we're talking about changing an entire civilization। ਇੱਕ ਪੂਰੀ ਜੋ ਹਿਸਟੋਰੀਕਲ ਲਿਨੀਏਜ ਹੈ, ਸਾਡੀ ਲਿਨੀਏਜ ਹੈ, ਉਹਨੂੰ ਬਦਲਣ ਦੀ ਗੱਲ ਹੋ ਰਹੀ ਹੈ। ਪੰਜਾਬ ਦੇ ਵਿੱਚ ਇਹ ਕਿਸ ਤਰ੍ਹਾਂ ਮੈਨੀਫੈਸਟ ਹੋ ਰਿਹਾ ਹੈ, ਹੁੰਦਾ ਆ ਰਿਹਾ ਹੈ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਚੀਜ਼ਾਂ ਅਸੀਂ ਐਕਸਪੈਕਟ ਕਰ ਸਕਦੇ ਹਾਂ ਇਸ ਚੀਜ਼ ਨੂੰ ਅੱਗੇ ਵਧਾਉਣ ਲਈ ਜੋ ਪੰਜਾਬ ਦੇ ਵਿੱਚ ਕੀਤੀ ਜਾ ਰਹੀਆਂ। ਠੀਕ ਹੈ, ਪੰਜਾਬ ਦੇ ਵਿੱਚ ਹੁਣ ਗੱਲ ਕਰਦੇ ਆ, ਤੁਸੀਂ ਗੱਲ ਕਰਕੇ ਹਟੇ ਹੋ ਕਿ ਇਕੱਲਾ ਇਹ ਨਹੀਂ ਵਰਲਡ ਦੇ ਵਿੱਚ ਹੋਈ ਜਾ ਰਿਹਾ ਹੈ। ਜਿਹੜੀ ਚੀਜ਼ ਨੇ ਮੈਕਸਿਮਮ ਇੰਪੈਕਟ ਕੀਤਾ ਹੈ ਪੰਜਾਬ ਦੀ ਟੈਕਸਟ ਬੁੱਕਸ ਨੂੰ,
ਇੰਡੀਆ ਦੇ ਵਿੱਚ ਦੋ ਆਰਗੇਨਾਈਜੇਸ਼ਨ ਬਣਾਈਆਂ ਗਈਆਂ ਨੇ, ਨੈਸ਼ਨਲ ਸੈਂਟਰ ਔਰ ਨੈਸ਼ਨਲ ਕਾਉਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ। ਨੈਸ਼ਨਲ ਕਾਉਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ, ਉਹਦਾ ਕੰਮ ਹੈਗਾ ਇਹ ਹਿਸਟਰੀ ਨੂੰ ਟਵਿਸਟ ਕਰਨਾ। ਉਹਨਾਂ ਨੇ ਰੀਰਾਈਟ ਕਰਨ ਦਾ ਚਲਾਇਆ ਇੰਡੀਆ। ਜਿਵੇਂ ਹੁਣ ਕਹਿੰਦੇ ਜੀ ਰਾਣਾ ਪ੍ਰਤਾਪ ਡਿਫੀਟਡ ਅਕਬਰ, ਮੂਵੀ ਬਣ ਗਈ ਰਾਣਾ ਪ੍ਰਤਾਪ ਤੇ। Rana Pratap was a great Rajput, no doubt, but somehow he was defeated. Man Singh was the head of the Akbar's army, but now movie बन गई है और इस तरह प्रेजेंट की जा रही है। इसी तरह नाल ना दोबारा लिखने की कोशिश कर रहे हैं। सल्तनत दिल्ली दी सल्तनत किन्ना किन्ना राज होया, जिन्ना भी इस्लामिक रूलर जिन्ना उन्होंने मिनिमाइज के दस जा रहा है। पहले गौरी आए, खिलजी आए, तुगलक आए, लोधी आए, मुगल आए, इन्ने आए, वो तो मिनिमाइज करके दूजे पासे जा रहे हैं। सो देयरफॉर दिस इज हाउ थिंग्स आर, एंड थ्रू दैट वो की करते हैं सारिया स्टेटां नूं भेजते हैं अपनी रिसर्च भी। साडी डेटा रिसर्च ये कहती है सानू केयरफुल रहना पैंदा, वी आर टू मच हाईलाइटिंग इस्लामिक थिंग्स। नाउ कम टू पंजाब दे विच अपने हैगे ना पंजाब एजुकेशन स्कूल बोर्ड अपना हैगा, बिल्कुल इसी तरह ही ना सेंटर का सैकेंडरी स्कूल बोर्ड हैगा। जिहड़ा सेंटर का सैकेंडरी स्कूल बोर्ड है वो इंस्ट्रक्शनां दिंदा स्टेटां नूं कि योर सिलेबस ऑफ योर स्कूल मस्ट बी एट पार विद व्हाट वी आर रिकमेंडिंग। उत्थे सॉरी नो प्रॉब्लम, लेट मी स्टॉप इट, यू नो। हाँ जी, हुण देखो लेट्स जस्ट से ਜਿਹੜਾ ਉਹ ਕਹਿੰਦੇ ਨੇ ਐਟ ਪਾਰ ਵਿਦ ਹੋਵੇ ਸਾਡਾ। ਉਹ ਐਟ ਪਾਰ ਵਿਦ ਦਾ ਮਤਲਬ ਇਹ ਹੁੰਦਾ ਹੈਗਾ ਕਿ ਤੁਸੀਂ ਜਿਹੜੀ ਲੋਕਲ ਹਿਸਟਰੀ ਹੈ ਨਾ ਤੁਹਾਡੀ, ਜਿਹੜੀਆਂ ਕਰੰਟ ਪੰਜਾਬ ਦੀ ਟੈਕਸਟ ਬੁੱਕ ਹੈ ਨਾ, ਉਹਨਾਂ 'ਚ 10 to 15% ਸਿਰਫ ਜਗ੍ਹਾ ਦਿੱਤੀ ਜਾਂਦੀ ਹੈ ਗੁਰੂ ਪੀਰੀਅਡ ਨੂੰ ਬਸ। ਤੇ ਜਿੰਨੀਆਂ ਟੈਕਸਟ ਬੁੱਕਾਂ ਲਿਖੀਆਂ ਗਈਆਂ ਉਹਦੇ ਵਿੱਚ ਦੱਸਿਆ ਜਾਂਦਾ ਹੈਗਾ कि Guru Nanak Dev Ji did not start a new religion, he was simply a Samaj Sudarak. That's in Punjab's textbooks now, even now exist. That's the whole thing. दूजी चीज, गुरु नानक पातशाह जात पात दे बरखा बिल्कुल नहीं सीगे। आउंदा ना गुरु ग्रंथ साहब च जात का गर्म न कीजो गुबार, वो था जी सिर्फ हौमे दे अगेंस्ट सीगे। देखी जो तुम, और गुरु तेग बहादुर साहब नूं प्रेजेंट किया जाता है कि वो लुटेरा सीगा, बंदे रखता सीगा, ਤਾਂ ਕਰਕੇ ਗੁਰੂ ਅਰਜਨ ਦੇਵ ਤੁਸੀਂ ਲਿਖ ਦਿੰਗਾ। ਸੋ ਇਹ ਨਾ ਇਹ ਜਿਹੜਾ ਨਾ ਮਤਲਬ ਈਵਨ ਖਾਲਸੇ ਦੀ ਕ੍ਰੀਏਸ਼ਨ ਨੂੰ ਕਹਿੰਦੇ ਨੇ ਇਹ ਕੋਈ ਜ਼ੁਲਮ ਦੇ ਬਰਖਲਾਫ ਕ੍ਰੀਏਟ ਨਹੀਂ ਹੋਈ ਸੀਗੀ, ਇਹ ਸਿਰਫ ਹਿੰਦੂਆਂ ਨੂੰ ਪ੍ਰੋਟੈਕਟ ਕਰਨ ਲਈ ਹੋਈ ਸੀਗੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਸਭ ਕੁਝ ਹਿੰਦੂਆਂ ਦੇ ਕਰਕੇ ਹੋਇਆ ਸੀਗਾ। ਜਦੋਂ ਕਿ ਲਾਲਾ ਦੌਲਤ ਰਾਮ ਦੀ ਕਿਤਾਬ ਪੜ੍ਹ ਕੇ ਦੇਖੋ, ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਉਹਨੇ ਕੰਪੇਅਰ ਕੀਤੇ ਇੰਡੀਆ ਦੇ ਹੀਰੋਜ਼, all the fame Ramchandra, Krishna, Janjan, Sab Guru Singh. What the fights were Ramayana? Because of a lady was abducted. What was Mahabharata? Because Draupadi was insulted, ladies. What was Sanjogta? ਜਦੋਂ ਪ੍ਰਿਥਵੀਰਾਜ ਚੌਹਾਨ ਨੇ ਆਪਣੇ ਖੁਦ ਭਰਾ ਦੀ ਲੜਕੀ ਕੀਤਾ, ਉਦੋਂ ਮੁਹੰਮਦ ਗੋਰੀ ਸੱਦਿਆ। This is how, now this is not the way it's presented. The way it is presented, all those fights, all those heroes were done great. Were they doing something to liberate poor people from tyranny or cruelty or injustice? No. But Guru Gobind Singh did it. So hence Lala Daulat Ram wrote the book Saabe Kamal Guru Gobind Singh. In his preface he clearly compares it. मैं किसी belittle नहीं कर रहा। That was a great इतिहास रामायण का, बड़ी लेसन दी ਉਹਦੇ ਚ, महाभारत ਚ बड़ी लेसन ने। मेरे हिंदू ने ये ना समझन किते। All I'm saying is those were great period. They got to be understood, they got to be appreciated, but not at the cost of someone which was later done to reawaken your heritage, to reawaken your values. That's what Guru Gobind Singh said. He was not just something your protector. So this is how the person, ਜਦੋਂ ਇਹ ਹੋਇਆ ਨਾ, 6 member committee ਸਥਾਪੀ ਗਈ ਪੰਜਾਬ 'ਚ। ਉਹਦੇ ਵਿੱਚ ਬੜੇ ਕੈਪੇਬਲ ਹਿਸਟੋਰੀਅਨ, ਡਾਕਟਰ ਕਿਰਪਾਲ ਸਿੰਘ ਵੈਲ ਨੋਨ ਹਿਸਟੋਰੀਅਨ ਹੈਗਾ, ਹਾਂਜੀ, ਡਾਕਟਰ ਬਲਵੰਤ ਸਿੰਘ ਢਿੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚੋਂ ਜੀ, ਕਿ ਨਾ ਪ੍ਰਿਥੀਪਾਲ ਸਿੰਘ ਕਪੂਰ ਵਾਈਸ ਚਾਂਸਲਰ ਰਹੇ ਨੇ ਜੀ, ਇੰਦੂ ਬੱਗਾ ਉਹ ਵੀ ਸਹੀ ਹੈ। ਉਹਦੇ ਵਿੱਚ ਆਪਣਾ ਕੀ ਨਾ ਇੱਕ ਹੋਰ ਪ੍ਰੋਫੈਸਰ ਸੀਗੇ ਬੜਾ ਨੋ ਜਗਤਾਰ ਸਿੰਘ ਗਰੇਵਾਲ, ਉਹ ਵੀ ਹਿੱਸਾ ਰਜਿਸਟਰ ਨੇ। ਇਹ 6 ਮੈਂਬਰ ਕਮੇਟੀ ਕਹਿੰਦੇ ਸੀ। ਇਹਨਾਂ ਨੇ ਸਾਰੀ ਟੈਕਸਟ ਬੁੱਕ 33 ਸਟੱਡੀ ਕੀਤੀਆਂ, ਹੋਰ ਦੇਖੀਆਂ, ਬੜੇ ਉਹ 'ਚ ਨੁਕਸ ਕੱਢੇ। ਉਹਨਾਂ ਨੇ ਇਹ ਆਪਣੀ ਰਿਪੋਰਟ
ਕੈਪਟਨ ਅਮਰ ਸਿੰਘ ਦਿਨ ਸੀ ਉਦੋਂ ਅਮਰਿੰਦਰ ਸਿੰਘ ਜਿਹੜੇ ਕੈਪਟਨ ਸੀ ਨਾ ਹੀ ਵਾਸ ਚੀਫ ਮਿਨਿਸਟਰ 2020 ਚ ਦੇ ਦੀ ਉਹ ਚ ਉਹਨਾਂ ਨੇ ਕਲੀਅਰਲੀ ਦੱਸਿਆ ਕਿ ਵੀ 9 ਤੋਂ ਲੈ ਕੇ 10ਵੀਂ ਜਮਾਤ ਤੱਕ ਵਰਲਡ ਹਿਸਟਰੀ ਪੜਾਓ ਤੇ ਉਹਦੇ ਚ ਇਹ ਕਰੋ ਬਿਲਕੁਲ ਡਿਸਪੈਸ਼ਨਲੀ ਬਗੈਰ ਕਿਸੇ ਦੇ ਨਾਂ ਦੇ ਅਸਲੀ ਹੱਕ ਦੇ ਵਿੱਚ ਜੀ ਤੇ 10 ਤੋਂ 12 ਤੱਕ ਪੰਜਾਬ ਦਾ ਇਤਿਹਾਸ ਦੇ ਵਿੱਚ ਸਿੱਖ ਇਤਿਹਾਸ ਪੜਾਓ ਤੇ ਉਹ ਪੜਾਓ ਉਹ 60 to 70% ਹੋਣਾ ਚਾਹੀਦਾ ਹੈਗਾ ਉਹ ਰਿਪੋਰਟ ਸਬਮਿਟ ਕੀਤੀ ਗਈ ਹੁਣ ਤੁਸੀਂ ਹੁਣ ਦੇਖੋ ਦਿਸ ਇਜ਼ ਵੇਅਰ ਇਹ ਰੋਣਾ ਆਉਂਦਾ ਸੁਣ ਕੇ ਪਿਟੀ ਇਹਨੇ ਅਮਰਿੰਦਰ ਨੇ 6 ਮੈਂਬਰ ਕਮੇਟੀ ਵੀ ਉਹਨੇ ਬਣਾਤੀ ਉਹਦੇ ਚ ਐਜੂਕੇਸ਼ਨ ਮਿਨਿਸਟਰ ਇੱਕ ਡਾਕਟਰ ਚੀਮਾ ਵੀ ਸੀਗਾ ਇੱਕ ਉਹਦੇ ਚ ਆਪਣਾ ਮੈਨੂੰ ਨਾਮ ਭੁੱਲ ਜਾਂਦਾ ਉਹਦਾ ਬਾਬ ਗਰੇਵਾਲ ਸਾਹਿਬ ਉਹਨਾਂ ਨੇ ਇਹਨੂੰ ਇੰਪਲੀਮੈਂਟ ਕਰਨਾ ਸੀ ਹੁਣ ਤੁਸੀਂ ਨਿਗਾਹ ਮਾਰੋ ਪੰਜਾਬ ਦੇ ਵਿੱਚ ਜਿਹੜੀਆਂ ਵੀ ਉੱਥੇ ਟੈਕਸਟ ਬੁੱਕਾਂ ਲਿਖੀਆਂ ਜਾਂਦੀਆਂ ਨੇ ਨਾ ਉਹਨਾਂ ਦੀ ਹਿਸਟਰੀ ਨੂੰ ਸਬਸਟੈਂਸ਼ੀਏਟ ਕਰਨ ਲਈ ਕਹਿੰਦੇ ਨੇ ਜੀ ਅਰੋੜਾ ਨੇ ਲਿਖੀ ਸੀ ਅਰੋੜਾ ਬੰਦਾ ਇੱਕ ਹੋਇਆ ਉਹਨੇ ਲਿਖੀ ਸੀ ਤਾਂ ਉਹ ਕੀ ਕਰਦੇ ਨੇ ਨਾ ਐਜ਼ ਅ ਰਾਈਟਰ ਸੈਡ ਉਹ ਰਾਈਟਰ ਉਹਦਾ ਆਪਣਾ ਬੰਦਾ ਸੀ ਉਹ ਕੋਡ ਕਰਦੇ ਰਾਈਟਰ ਨੂੰ ਰਾਈਟਰ ਕਿਹੜਾ ਸੀ ਜਿਹੜਾ ਆਲਰੇਡੀ ਟਵਿਸਟ ਕੀਤੀਆਂ ਹੋਇਆ ਉਹ ਜਿਹੜੀਆਂ ਟਵਿਸਟਡ ਕੀਤੀਆਂ ਉਹ ਕਹਿੰਦੇ ਦੇਖੋ ਜੀ ਅਸੀਂ ਰੈਫਰ ਕੀਤਾ ਹੁਣ ਜਲੰਧਰ ਦੇ ਵਿੱਚ ਇੱਕ ਪਬਲਿਸ਼ਰ ਹੈ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹਦੇ ਕੋਲੇ ਲੱਖਾਂ ਕਿਤਾਬਾਂ ਛਾਪੀ ਪਈਆਂ ਨੇ ਕਰੋੜਾਂ ਪੈਸਾ ਉਹ ਕਹਿੰਦਾ ਮੈਂ ਕਿਉਂ ਚੇਂਜ ਕਰਾਂ ਉਹ ਇਸ ਕਮੇਟੀ ਨੂੰ ਵੀ ਮਿਨਿਸਟਰ ਨੂੰ ਵੀ ਬਿਊਰੋਕਰੇਟ ਨੂੰ ਵੀ ਚੋਗਾ ਪਾ ਦਿੰਦਾ ਨਾ ਬਦਲੋ ਜੀ ਰਹਿਣ ਦਿਓ ਬਾਵਜੂਦ ਇਹ ਸਭ ਕੁਝ ਹੁੰਦੇ ਹਾਲੇ ਤੱਕ ਉਹਨਾਂ 'ਚ ਕੋਈ ਚੇਂਜ ਨਹੀਂ ਲਿਆਂਦੀ ਗਈ ਉੱਦਾਂ ਹੀ ਪੜਾਈ ਜਾ ਰਹੀ ਇਸੇ ਕਰਕੇ ਰੀਸੈਂਟਲੀ ਮੋਹਾਲੀ ਦੇ ਵਿੱਚ ਡੈਮੋਨਸਟ੍ਰੇਸ਼ਨ ਹੋਈ ਸੀ ਜਿਹ 'ਚ ਕਿ ਨਾ ਬਲਦੇਵ ਸਿੰਘ ਸਰਸਾ ਤੇ ਕਿ ਨਾਲ ਸੁਧਾਰਾਂ ਵੀ ਸੀਗੇ ਉਹ ਇਹ ਹੁਣ ਰੋਣਾ ਇਸ ਗੱਲ ਦਾ ਆਉਂਦਾ ਹੈਗਾ ਕਿ ਵੇਖੋ ਅਸੀਂ ਇੰਨੀ ਮਿੱਟੀ ਦੇ ਮਾਧਵਾਂ ਸਾਡੇ 'ਚ ਲੀਚੜਪਣਾ ਇੰਨਾ ਆ ਗਿਆ ਕਿ ਅਸੀਂ ਉੱਠ ਨਹੀਂ ਸਕਦੇਗੇ ਤੁਸੀਂ ਦੇਖੋ ਸੀ ਤੁਸੀਂ ਮੈਂ ਇਹ ਐਲਾਨ ਮੈਨੂੰ ਕਿਤੇ ਇਹ ਆਉਂਦਾ ਹੈਗਾ ਕਿ ਉੱਠੋ ਐਕੈਡੈਮਿਕਲੀ ਤੁਹਾਨੂੰ ਇੱਥੇ ਦੇਖੋ ਨਾ ਜਿਵੇਂ ਦੱਸ ਰਿਹਾ ਸੀ ਤੁਹਾਨੂੰ ਅਮਰੀਕਾ ਦੇ ਵਿੱਚ ਅਕੈਡਮੀ ਖੁੱਲੀ ਹੈਗੀ ਹੈ ਅਕੈਡਮੀ ਦਾ ਨਾਮ ਹੈਗਾ ਕੀ ਕਹਿੰਦੇ ਨਾ ਆਪਣਾ ਧਰਮਾ ਅਕੈਡਮੀ ਆਲਰੇਡੀ ਦੱਸ ਚੁੱਕੇ ਹਾਂ ਉਹ ਇੰਨੀ ਪਾਪੂਲਰ ਹੋ ਰਹੀ ਹੈ ਇੰਨੀ ਜ਼ਿਆਦਾ ਪੁਸ਼ ਕਰ ਰਹੇ ਨੇ ਉਹ ਕਹਿੰਦੇ ਸਿਰਫ ਦੋ ਹੀ ਮੇਨ ਟ੍ਰੈਡੀਸ਼ਨ ਹੈ there are only two religious tradition mainly one is Abrahamic ਇਬਰਾਹਿਮ ਉਹਦਾ ਸਭ ਦਾ ਦਾਦਾ ਸੀ ਜੂਡਾਇਜ਼ਮ ਦਾ ਕ੍ਰਿਸਚੀਅਨ ਦਾ ਮੁਸਲਮਾਨ ਦਾ ਇੱਕ ਤਾਂ ਉਹਦੇ ਅੰਦਰ ਹੈਗਾ ਦੂਜੀ ਟ੍ਰੈਡੀਸ਼ਨਲ ਰਿਲੀਜਨ ਦੀ ਸਨਾਤਨ ਧਰਮ ਉਹਦੇ ਅੰਡਰ ਆਉਂਦੇ ਨੇ ਜੈਨਿਜ਼ਮ ਬੁੱਧਿਜ਼ਮ ਸਿੱਖੀਜ਼ਮ ਔਰ ਸਾਡੇ ਪ੍ਰੋਫੈਸਰ ਜਿਹੜੇ ਚੇਅਰ ਹੋਲਡ ਕਰਦੇ ਨੇ ਪਸ਼ੌਰਾ ਸਿੰਘ ਵਰਗੇ ਅਰਮਨ ਮੁੰਡੇਰ ਵਰਗੇ ਜਿਹੜੇ ਕਿ ਯੂਨੀਵਰਸਿਟੀ ਚੇਅਰ ਲੱਗਦੇ ਉਹ ਇੱਥੇ ਪਾਰਟੀਸਪੇਟ ਕਰਦੇ ਫੁੱਲੀ ਮੈਂ ਹੈਰਾਨ ਹਾਂ ਕਿ ਤੁਸੀਂ ਹੈਰਾਨ ਹੋਗੇ ਕਿ ਐ ਸਿੱਖੋ ਐ ਪੰਜਾਬੀਓ ਐਕੈਡੈਮਿਕਲੀ ਵਿੱਚ ਕਮ ਯੂਨੀਵਰਸਿਟੀ ਸੋਸ਼ਲੀ ਕਲਚਰਲੀ ਤੁਸੀਂ ਇਸ ਵੇਲੇ ਬਰਬਾਦੀ ਦੇ ਕੰਢੇ ਪਹੁੰਚੇ ਹੋਏ ਜਾਗੋ ਤੁਹਾਡਾ ਟ੍ਰੈਡੀਸ਼ਨਲ ਪੰਜਾਬੀ ਕਲਚਰ ਇਜ਼ ਬੀਇੰਗ ਡਿਸਟਰੋਇਡ ਬਾਈ ਦੋਜ਼ ਵੀਡੀਓਜ਼ ਫੁੱਲ ਆਫ ਟ੍ਰੈਸ਼ ਵਲਗੈਰਿਟੀ ਐਂਡ ਕੰਸਟਰਕਟਿਵਿਟੀ I mean culture ਤਾਂ culture ਦੇ ਵਿੱਚ ਤਾਂ ਕਿੰਨਾ ਵੱਡਾ ਅਸੀਂ ਦਾਇਰਾ ਮੰਨਦੇ ਹਾਂ ਹੈ ਨਾ ਕਲਚਰ ਦੇ ਵਿੱਚ ਐਂਟਰਟੇਨਮੈਂਟ ਮਿਊਜ਼ਿਕ ਖਾਣ ਪੀਣ ਦਾ ਸਾਡੇ ਤਿਉਹਾਰ ਵੀ ਆ ਜਾਂਦੇ ਹੈ ਬਟ culture is one part of a community's history ਅਗਰ ਅਸੀਂ ਹਿਸਟਰੀ ਨੂੰ ਹੀ ਵੱਡੇ ਲੈਵਲ ਤੇ ਬਦਲ ਦਿੱਤਾ ਤੇ ਕਲਚਰ ਕੀ ਕਰ ਸਕਦਾ ਹੈ ਕਲਚਰ ਨੂੰ ਉਹਦੇ ਪਿੱਛੇ ਤੁਰਨਾ ਹੀ ਪੈਣਾ ਹੈ ਸਭ ਕੁਝ ਅੱਜ ਦੀ ਡੇਟ ਦੇ ਵਿੱਚ ਸਟੇਕ ਤੇ ਹੈ ਡਾਕਟਰ ਸੁਖਮੰਦਰ ਸਿੰਘ ਜੀ ਜਦੋਂ ਅਸੀਂ ਇਨ ਚੀਜ਼ਾਂ ਬਾਰੇ ਇੰਨੀ ਡੈਪਥ ਦੇ ਵਿੱਚ ਗੱਲ ਕਰਦੇ ਹਾਂ ਜੋ ਪ੍ਰੋਬਲਮ ਸਾਡੇ ਅੱਗੇ ਖੜੀ ਹੈ ਉਹਦੀ ਗਹਿਰਾਈ ਸਮਝਣ ਨੂੰ ਮਿਲਦੀ ਹੈ ਇਹ ਪ੍ਰੋਬਲਮ ਸਿਰਫ ਸਾਡੇ ਪੰਜਾਬੀਆਂ ਦੀ ਸਿੱਖਾਂ ਦੀ ਨਹੀਂ ਹੈ ਇਹ ਜੋ ਵੱਖ-ਵੱਖ ਸਬ ਕਲਚਰਸ ਇੰਡੀਆ ਦੇ ਇਸ ਰਿਚ ਫੈਬਰਿਕ ਨੂੰ ਬਣਾਉਂਦੇ ਹੈ ਉਨ ਸਾਰਿਆਂ ਦੀ ਸਾਂਝੀ ਹੈ ਮੈਂ ਬਾਕੀਆਂ ਬਾਰੇ ਵੀ ਗੱਲ ਤੁਹਾਡੇ ਨਾਲ ਥੋੜ੍ਹੀ ਜਿਹੀ ਕਰਨਾ ਚਾਹੁੰਦੀ ਹਾਂ ਇੱਕ ਹੋਰ ਬ੍ਰੇਕ ਦਾ ਇੱਥੇ ਸਮਾਂ ਗਿਆ ਡਾਕਟਰ ਸੁਖਮੰਦਰ ਸਿੰਘ ਜੀ ਸਾਡੇ ਨਾਲ ਜੁੜੇ ਹਨ ਵਿਊਅਰਸ ਜੋ ਕੁਝ ਡਾਕਟਰ ਸੁਖਮੰਦਰ ਸਿੰਘ ਜੀ ਦੱਸ ਰਹੇ ਹੈ ਪੰਜਾਬ ਦੇ ਵਿੱਚ ਐਜੂਕੇਸ਼ਨ ਸਿਸਟਮ ਨੂੰ ਵਰਤਿਆ ਜਾ ਰਿਹਾ ਜਿਸ ਤਰ੍ਹਾਂ ਉਹ ਸਿਰਫ ਪੰਜਾਬ ਦੇ ਵਿੱਚ ਨਹੀਂ ਹੋਰ ਸਟੇਟਸ ਦੇ ਵਿੱਚ ਵੀ ਹੋ ਰਿਹਾ ਹੈ ਰੀਸੈਂਟ ਖਬਰਾਂ ਦੇ ਵਿੱਚ ਸੁਣਨ ਨੂੰ ਮਿਲ ਰਿਹਾ ਹੈ ਕਾਫੀ ਚਿੰਤਕ ਰਿਪੋਰਟਿੰਗ ਇੰਡੀਆ ਦੇ ਕੁਝ ਸਟੇਟਾਂ ਦੇ ਵਿੱਚੋਂ ਨਿਕਲ ਕੇ ਆ ਰਹੀ ਹੈ ਉਹਦੇ ਬਾਰੇ ਗੱਲ ਕਰਾਂਗੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਏ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਗੁਜਰਾਤ ਦੇ ਵਿੱਚ ਦਲਿਤ ਹਿਸਟਰੀ ਨੂੰ ਮਿਟਾਇਆ ਜਾ ਰਿਹਾ ਹੈ ਹਰਿਆਣਾ ਦੇ ਵਿੱਚ ਐਜੂਕੇਸ਼ਨ ਸਿਸਟਮ ਨੂੰ ਇੱਕ ਬਹੁਤ ਹੀ ਸਿਸਟਮੈਟਿਕ ਤਰੀਕੇ ਦੇ ਨਾਲ ਚੇਂਜ ਕੀਤਾ ਜਾ ਰਿਹਾ ਉੱਤਰਾਖੰਡ ਦੇ ਵਿੱਚ ਇਹ ਸੇਮ ਰਿਪੋਰਟਿੰਗ ਸੁਣਨ ਨੂੰ ਮਿਲ ਰਹੀ ਹੈ ਇਨ ਚੀਜ਼ਾਂ ਨੂੰ ਸਮਝਣ ਲਈ ਸਾਡੇ ਲਈ ਈਜ਼ੀ ਇੱਕ ਕੰਪੈਰੀਜ਼ਨ ਹੈ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ ਹੈ
ਇਹ ਅਸੀਂ ਇੱਕ ਇਨ ਡੈਪਥ ਇੱਕ ਪਰਸਨਲ ਤੌਰ ਤੇ ਵੇਖਦੇ ਆ ਰਹੇ ਹਾਂ ਕਿੰਨੇ ਸਾਲਾਂ ਤੋਂ, ਦਹਾਕਿਆਂ ਤੋਂ। ਇਹੀ ਚੀਜ਼ ਬਾਕੀ ਸਟੇਟਸ ਦੇ ਵਿੱਚ ਵੀ ਅੱਜ ਵੇਖਣ ਨੂੰ ਮਿਲ ਰਹੀ ਹੈ। ਇਸ ਸਿਸਟਮੈਟਿਕ ਚੇਂਜ ਨੂੰ ਸਮਝਣ ਲਈ ਕਿਸ ਮੋਟੀਵੇਸ਼ਨ ਦੇ ਨਾਲ ਇਹ ਹੋ ਰਿਹਾ। ਸਾਡੇ ਨਾਲ ਜੁੜੇ ਹਨ ਡਾਕਟਰ ਸੁਖਮੰਦਰ ਸਿੰਘ ਜੀ ਫਰਮ ਕੈਲੀਫੋਰਨੀਆ। ਇੱਕ ਵਾਰੀ ਫਿਰ ਡਾਕਟਰ ਸੁਖਮੰਦਰ ਜੀ, ਤੁਹਾਨੂੰ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਅਪਰੀਸ਼ੀਏਟ ਕਰਦੇ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਟਾਈਮ ਕੱਢ ਕੇ ਜੁੜੇ। ਵੀ ਨੋ ਯੂ ਹੈਵ ਅ ਫੁੱਲ ਸਕੈਜੂਅਲ, ਹਾਲੇ ਵੀ ਸਮੈਸਟਰ ਅੰਡਰਵੇ ਹੈ, ਯੂ ਆਰ ਐਸੋਸੀਏਟ ਡੀਨ ਆਫ ਦ ਸਕੂਲ ਆਫ ਇੰਜੀਨੀਅਰਿੰਗ। ਤੁਹਾਡੀ ਬਹੁਤ ਡਿਮਾਂਡਸ ਟਾਈਮ 'ਤੇ ਹੁੰਦੀਆਂ, ਬਟ ਇਹ ਜੋ ਮੁੱਦਾ ਅਸੀਂ ਅੱਜ ਡਿਸਕਸ ਕਰ ਰਹੇ ਹਾਂ, ਇਹਨੂੰ ਇੱਕ ਸਿੰਪਲ ਸ਼ਬਦਾਂ ਦੇ ਵਿੱਚ ਅੰਡਰਸਟੈਂਡ ਕਰਨ ਲਈ ਤੁਹਾਡੇ ਤੋਂ ਮੋਰ ਅ ਡੈਪਥ ਸਾਨੂੰ ਇੰਡੀਵਿਜੂਅਲ ਨਹੀਂ ਸਾਡੇ ਖਿਆਲ 'ਚ ਆਇਆ। ਸੋ ਥੈਂਕ ਯੂ ਅਗੈਨ। ਡਾਕਟਰ ਸਾਹਿਬ, ਜਦੋਂ ਅਸੀਂ ਬਾਕੀ ਸਟੇਟਸ ਦੇ ਵਿੱਚ ਜੋ ਰਿਪੋਰਟਿੰਗ ਸੁਣਨ ਨੂੰ ਮਿਲੀ ਉਹਦੇ ਬਾਰੇ ਵੇਖਦੇ ਹਾਂ, ਲੈਟਸ ਸਟਾਰਟ ਵਿਦ ਗੁਜਰਾਤ। ਗੁਜਰਾਤ ਇੱਕ ਬਹੁਤ ਇੰਟਰਸਟਿੰਗ ਐਗਜ਼ਾਮਪਲ ਸਾਡੇ ਅੱਗੇ ਆ ਰਿਹਾ, ਕਿਉਂਕਿ ਗੁਜਰਾਤ ਦੇ ਵਿੱਚ ਇੱਕ ਦਲਿਤ ਹਿਸਟਰੀ ਇੱਦਾਂ ਦੀ ਹੈਗੀ ਜੋ ਉਸ ਸਟੇਟ ਦੀ ਪੂਰੀ ਅਸੀਂ ਕਹਿ ਸਕਦੇ ਹਾਂ ਜੋ ਐਨਸੈਸਟਰੀ ਹੈ ਉਹਦੇ ਨਾਲ ਬਹੁਤ ਕਰੀਬੀ ਦੇ ਨਾਲ ਜੁੜੀ ਹੋਈ ਹੈ। ਬਟ ਅੱਜ ਉਹਨੂੰ ਵੀ ਅਟੈਕ ਕੀਤਾ ਜਾ ਰਿਹਾ ਹੈ। ਜਦੋਂ ਅਸੀਂ ਦਲਿਤ ਰਾਈਟਸ ਬਾਰੇ ਸੋਚਦੇ ਹਾਂ, ਮਾਈਨੋਰਿਟੀ ਰਾਈਟਸ ਬਾਰੇ ਸੋਚਦੇ ਹਾਂ, ਇਹ ਚੀਜ਼ ਕਿਸਾਨ ਅੰਦੋਲਨ ਦੇ ਵਿੱਚ ਵੀ ਬਹੁਤ ਵੇਖਣ ਨੂੰ ਮਿਲੀ ਕਿ ਕਿਸ ਤਰ੍ਹਾਂ ਕਿਸਾਨ ਮਜ਼ਦੂਰ ਦੀ ਜਦੋਂ ਸਟਰਗਲ ਦੇ ਬਾਰੇ ਗੱਲ ਹੁੰਦੀ ਹੈ, ਉਹਦੇ ਵਿੱਚ ਦਲਿਤ ਕਮਿਊਨਿਟੀ ਦਾ ਕੀ ਰੋਲ ਸਾਨੂੰ ਰੈਕਗਨਾਈਜ਼ ਕਰਨਾ ਚਾਹੀਦਾ ਹੈ। ਇਨ ਸਟੇਟਸ ਬਾਰੇ, ਹਰਿਆਣਾ, ਉੱਤਰਾਖੰਡ ਬਾਰੇ ਤੁਸੀਂ ਕੀ ਕਹਿ ਸਕਦੇ ਹੋ ਜਿਹਦੇ ਨਾਲ ਸਾਨੂੰ ਇਹ ਮਤਲਬ ਥੋੜ੍ਹਾ ਜਿਹਾ ਹੋਰ ਸਾਨੂੰ ਸਮਝ ਲੱਗੇ ਕਿ ਕਿਸ ਤਰ੍ਹਾਂ ਇਹ ਸਿਰਫ ਪੰਜਾਬ ਦੇ ਵਿੱਚ ਨਹੀਂ ਹੋ ਰਿਹਾ, ਇਟਸ ਅ ਨੇਸ਼ਨ ਵਾਈਡ ਐਫਰਟ ਇਨ ਇੰਡੀਆ। ਬਿਲਕੁਲ ਠੀਕ ਹੈ। ਤੁਸੀਂ ਜੋ ਗੱਲ ਕਹੀ ਬੜੀ ਫਸਟ ਕਲਾਸ ਕਹੀ ਹੈਗੀ ਹੈ ਕਿ ਤੁਸੀਂ ਆਲਰੇਡੀ ਹਰਿਆਣਾ ਦੱਸ ਚੁੱਕੇ ਹੋ, ਉੱਤਰਾਖੰਡ ਦੱਸ ਚੁੱਕੇ ਹੋ, ਉਹਦੇ ਕਿਸ ਤਰ੍ਹਾਂ ਰਿਸ਼ੀ ਮੁਨੀਆਂ ਦੀ, ਅਤੇ ਤਾਮਿਲਨਾਡੂ ਦੇ ਵਿੱਚ ਵੀ ਬਹੁਤ ਕੁਛ ਹੋ ਰਿਹਾ ਹੈ। ਯੂ ਨੋ ਉਹ ਤਾਮਿਲਨਾਡੂ ਜਿਹੜਾ ਨਾ ਬਕਾਇਦੇ ਉਹ ਦ੍ਰਾਵਿਡੀਅਨ ਬੇਸਿਕ ਔਰਿਜਨ ਉਹਨਾਂ ਦਾ, ਉਹਨੂੰ ਇੰਨਾ ਮਿਨੀਮਾਈਜ਼ ਕਰਨ ਦੀ ਕੋਸ਼ਿਸ਼ ਕਰੀ ਜਾ ਰਹੇ ਆ। ਉੱਥੋਂ ਦੇ ਟੈਂਪਲ, ਉੱਥੋਂ ਦੀ ਚੀਜ਼ਾਂ ਇੰਨੀਆਂ ਕਮਾਲ ਦੀਆਂ ਨੇ ਕਿ ਇੰਨਾ ਕਲਚਰ ਸੀਗਾ। ਏਰੀਅਨਸ ਆਏ, ਬਕਾਇਦਾ ਉਹਨਾਂ ਨਾਲ ਲੜਾਈਆਂ ਹੋਈਆਂ ਨੇ, ਮਹਾਬਲੀ ਪਿਕਚਰ ਬਣੀ ਉਹ 'ਚ ਦਿਖਾਇਆ ਉਹਨਾਂ ਨੇ, ਲੇਕਿਨ ਉਹਨੂੰ ਉਹ ਮਿਨੀਮਾਈਜ਼ ਕਰ ਰਹੇ। ਉਹ ਕਹਿ ਰਹੇ ਨਹੀਂ ਐਰੀਅਨ ਇੱਥੇ ਹਮਲਾਵਰ ਨਹੀਂ ਆਏ ਸੀ, ਐਰੀਅਨ ਤਾਂ ਓਰੀਜਨਲ ਸੀਗੇ। ਹੁਣ ਉਹ ਟਾਈਮਲ ਦੇ ਵਿੱਚ ਦ੍ਰਾਵਿਡੀਅਨ ਕੇਸ ਗੁੱਸੇ ਹੋਏ ਬੈਠੇ ਨੇ। ਇਸੇ ਤਰ੍ਹਾਂ ਨਾਲ ਚੱਲੀ ਜਾ ਰਿਹਾ ਹੈਗਾ। ਜਿਹੜੀ ਚੀਜ਼ ਇਨ ਸਮਰੀ ਕੋ ਮੇਰੇ ਕੋਲ ਟਾਈਮ ਥੋੜਾ, ਮੈਂ ਸਮਰੀਆਈਜ਼ ਇਹ ਕਰਨਾ ਚਾਹੁੰਦਾ ਹਾਂਗਾ ਕਿ ਇਹ ਟਵਿਸਟਿੰਗ ਆਫ ਹਿਸਟਰੀ ਇੰਪੈਕਟ ਕਰ ਰਹੀ ਹੈ ਤਿੰਨ ਮੇਨ ਚੀਜ਼ਾਂ ਨੂੰ। ਇੱਕ ਤਾਂ ਕਿਉਂਕਿ ਤੁਸੀਂ ਆਲਰੇਡੀ ਦੱਸ ਚੁੱਕੇ ਹੋ ਤੇ ਹਿਸਟਰੀ ਡਿਸਟੋਰਟ ਕਰਦੇ ਹੋ, ਯੰਗਰ ਜਨਰੇਸ਼ਨ ਜਿਹੜੀ ਪੜ੍ਹਦੀ ਹੈ ਉਹ ਬਿਲਕੁਲ ਆਪਣੇ ਹੈਰੀਟੇਜ ਤੋਂ ਨਾ ਵਾਕਿਫ ਹੋ ਜਾਂਦੀ ਹੈ, ਉਹਨਾਂ 'ਚ ਕੋਈ ਗੌਰਵ ਨਹੀਂ ਰਹਿੰਦਾ, ਕੋਈ ਨਹੀਂ ਰਹਿੰਦਾ। ਦੂਸਰੀ ਗੱਲ ਮੈਂ ਕਹਿਣ ਲੱਗਾ ਸੀਗਾ ਅਕੈਡੈਮਿਕਲੀ ਵੀ ਅਸੀਂ ਕਹਿੰਦੇ ਨਾ ਸਾਡਾ ਗੁਰੂ ਗ੍ਰੰਥ ਸਾਹਿਬ ਉਹਦੇ ਜਿਹੜੇ ਸਾਡੇ ਗੁਰੂਆਂ ਦੀ ਹਿਸਟਰੀ ਹੈ ਉਹ ਇੱਦਾਂ ਬਦਲ ਰਹੇ ਆ। ਤੁਸੀਂ ਦੇਖੋ ਹੁਣ ਇੱਥੇ ਬਠਿੰਡੇ ਸੈਂਟਰਲ ਯੂਨੀਵਰਸਿਟੀ ਹੈਗੀ ਹੈ, ਬਠਿੰਡੇ 'ਚ ਬਣੀ ਹੋਈ, ਉਹਦੇ ਵਾਂਚ ਚਾਂਸਲਰ ਸੀਗੇ ਪਹਿਲਾਂ ਡਾਕਟਰ ਜੌਹਲ ਰਹੇ, ਫਿਰ ਬਰਾੜ, ਹੁਣ ਹਰ ਉਹਦੇ 'ਚ ਪਤਾ ਕੀ ਸਟੱਡੀ ਹੋ ਰਹੀ ਹੈ, ਉੱਥੇ ਗੁਰੂ ਗੋਬਿੰਦ ਸਿੰਘ ਚੇਅਰ ਸੈੱਟ ਕੀਤੀ ਹੈ ਪੈਸੇ ਨੇ, ਉਹਦੇ ਅੰਡਰ ਹਰਪਾਲ ਸਿੰਘ ਪੰਨੂ ਤੇ ਬਲਰਾਜ ਸਿੰਘ ਉਹ ਪਤਾ ਕੀ ਸਟੱਡੀ ਕਰ ਰਹੇ ਨੇ। ਉਹ ਕਹਿੰਦੇ ਨੇ ਜਿਹੜੀ ਪੰਜਾਬ ਦਾ ਜਿਹੜਾ ਓਰੀਜਨ ਹੈ ਨਾ ਉਹ ਵੇਦਾਂ ਨੂੰ ਪੰਜਾਬੀ 'ਚ ਟ੍ਰਾਂਸ ਕਰ ਰਹੇ ਨੇ। ਉਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸਾਡਾ ਵੇਦਕ ਬੈਕਗਰਾਊਂਡ ਹੈ ਔਰ ਚੱਲਦਾ ਆਇਆ ਔਰ ਕਲਾਈਮੈਕਸ ਤੇ ਪਹੁੰਚਿਆ ਗੁਰੂ ਗ੍ਰੰਥ ਸਾਹਿਬ ਦੀ ਸ਼ਕਲ 'ਚ। ਗੁਰੂ ਗ੍ਰੰਥ ਸਾਹਿਬ ਤੇ ਸਿੱਖੀ ਇਹ ਇੱਕ ਵੈਦਿਕ ਰੀਇੰਟਰਪ੍ਰੀਟੇਸ਼ਨ ਹੈ। ਹੁਣ ਦੱਸੋ, ਇੱਕ ਸਟਰੋਂਗ ਐਕੈਡੈਮਿਕ ਅਟੈਕ ਹੈ ਸਾਡੇ ਤੇ, ਔਰ ਸਾਡੇ ਆਪਣੇ ਬੰਦੇ ਪਾਰਟਿਸਿਪੇਟ ਕਰ ਰਹੇ ਨੇ। ਅਕੈਡੈਮਿਕਲੀ ਵੀ ਸਾਡੇ ਤੇ ਬੁਰੀ ਤਰ੍ਹਾਂ ਇੱਥੇ ਅਟੈਕ ਹੋ ਰਿਹਾ ਹੈਗਾ। ਸਾਡੇ ਰਿਲੀਜਨ ਨੂੰ ਤੁਹਾਨੂੰ ਦੱਸ ਚੁੱਕਿਆ ਨਾ ਕਿ ਸ਼ਹੀਦੀਆਂ ਹੋਈਆਂ, ਹੋਰ ਹੋਈਆਂ। ਕਿ ਦੇਖੋ ਪੰਜਾਬ ਜਿਹੜਾ ਨਾ ਇਹ ਮੀਰਾਂ ਪੀਰਾਂ ਤੇ ਗੁਰੂਆਂ ਦਾ ਵਡਮੁੱਲਾ ਇਤਿਹਾਸ ਹੈ। ਬੜੀਆਂ ਕੁਰਬਾਨੀਆਂ ਦੇ ਕੇ ਬਣਾਇਆ ਗਿਆ ਹੈਗਾ। ਜੇ ਇਹਨੂੰ ਇੱਦਾਂ ਹੀ ਜਾਣ ਦਿੱਤਾ, ਅਸੀਂ ਬਿਲਕੁਲ ਉੱਠੇ ਨਾ, ਸੁੱਤੇ ਪਏ ਹਾਲ ਤੱਕ ਵੀ ਅਸੀਂ ਪੰਜਾਬ ਦੀ ਧਰਤੀ ਤੇ ਖੁਦ ਹੋਈ ਜਾ ਰਿਹਾ। ਇਹ ਤਾਂ ਹੋਇਆ ਐਕੈਡੈਮਿਕ। ਕਲਚਰਲੀ ਤੁਹਾਨੂੰ ਆਹ ਦੱਸ ਚੁੱਕਿਆ, ਮੈਂ ਤੁਹਾਡੇ ਨਾਲ ਐਗਰੀ ਕਰਦਾ ਹਾਂਗਾ, ਲੇਕਿਨ ਗੱਲ ਵਿੱਚ ਇਹ ਹੈਗੀ ਹੈ ਕਿ ਕੋਈ ਲਿਮਿਟ ਹੁੰਦੀ ਹੈ ਵਿਦਨ ਵਿਚ ਫਰੇਮਵਰਕ ਦ ਕਲਚਰ ਮਸਟ ਰਿਸਪੌਂਡ ਟੂ ਹਿਸਟਰੀ। ਲੇਕਿਨ ਸਿਰਫ ਇਸ ਤਰ੍ਹਾਂ ਕੀਤਾ ਜਾ ਸਕਿਆ ਸਟੈਚਰ ਕਿ ਉਹ ਬੜਾ ਇੰਪੈਕਟ ਕਰੇ। ਕਿਤੇ ਸਾਡਾ ਕਲਚਰ ਹੁੰਦਾ ਸੀਗਾ, ਵਾਗਾ ਛੱਡਦੇ ਹੁੰਜੂਆਂ ਵਾਲੀਆਂ ਨੇ ਮੈਨੂੰ ਪੈਰ ਤੇ ਤਰਨ ਦੇ ਰਕਾਬ ਉੱਚੇ,
ਸਰੂਵਰੀ ਜਵਾਨੀ ਕੀ ਫੁਕਣੀ ਹੈ ਜੇ ਬਹਿ ਗਏ ਭੂਣ ਆ ਗੁਲਾਬ ਤੇ ਇੰਨੀ ਹੁੰਦੀ ਸੀਗੀ ਕਿਤੇ ਮਾਹੀਏ ਤੇ ਸਾਰੀ ਚੀਜ਼ਾਂ ਬਣੀਆਂ ਸੀਗੀਆਂ ਐਨੀਵੇ this is what they come. Secondly, this other thing what's going on is not only academically, culturally, but socially too. ਤੁਸੀਂ ਨੋਟ ਕਰੋਗੇ ਕਿ ਬਾਲੀਵੁੱਡ ਦਾ ਇੰਪੈਕਟ ਕਿੰਨਾ ਸੋਸ਼ਲੀ ਇੰਨਾ ਆਊਟ ਆਫ ਦ ਵੇ ਖਰਚ ਕਰਦੇ ਹਾਂ ਅਸੀਂ ਪੂਰੇ ਤੇ ਕਰਦੇ ਹਾਂ ਚਲੋ ਠੀਕ ਹੈ ਇਨ ਸਮਰੀ ਦ ਮੇਨ ਪੁਆਇੰਟ ਵੀ ਸ਼ੁਡ ਟੂਡੇ ਪੁਆਇੰਟ ਆਊਟ ਬਿਕਾਜ਼ ਆਈ ਗਟ ਗੋ what should we do ਚਲੋ ਇਹ ਤਾਂ ਹੋ ਗਿਆ ਜੀ ਇਹ ਹੋ ਹੀ ਜਾ ਰਿਹਾ ਹਿਸਟਰੀ ਚ ਸਟਾਰ ਹੋ ਰਹੀ ਹੈ they are fitting up the ਸੋਲੂਸ਼ਨਸ ਹਾਂਜੀ ਸੋਲੂਸ਼ਨਸ ਬਾਰੇ ਸਾਨੂੰ ਥੋੜਾ ਦੱਸੋ ਪਲੀਜ਼ ਥੈਂਕ ਯੂ ਡਾਕਟਰ ਸਾਹਿਬ ਇਹ ਬੜਾ ਇੰਪੋਰਟੈਂਟ ਪੁਆਇੰਟ ਹੈ ਕਿ ਸਾਨੂੰ ਕਰਨਾ ਕੀ ਚਾਹੀਦਾ ਬਈ ਇਹ ਤਾਂ ਹੋ ਰਿਹਾ ਹੈਗਾ ਇਹ ਨਹੀਂ ਕੱਲਾ ਹੋ ਕੇ ਬਹਿ ਕੇ ਰੋਈ ਜਾਓਗੇ ਕਿਉਂ ਹੋ ਰਿਹਾ ਕਰਨਾ ਕੀ ਚਾਹੀਦਾ ਮੇਰਾ ਆਪਣਾ ਸੁਜੈਸ਼ਨ ਹੈ ਆਈ ਵਿਲ ਟੋਟਲੀ ਨਾਟ ਨੰਬਰ 1 ਜਿਹੜੀ ਤੁਹਾਡੀ ਅਸਲੀ ਹਿਸਟਰੀ ਹੈ ਨਾ ਉਹ ਡਿਜੀਟਾਈਜ਼ ਕਰੋ ਫਾਰ ਐਗਜ਼ਾਮਪਲ 1847 ਦੇ ਵਿੱਚ ਸਮਰਾਓ ਦੀ ਲੜਾਈ ਹੋਈ ਹਾਂਜੀ ਜਿੱਥੇ ਕਿ ਸਿੰਘਾਂ ਨੇ ਜਿਵੇਂ ਸ਼ਾਹ ਹੁਸੈਨ ਲਿਖਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ ਅੰਗਰੇਜ਼ ਹੈਰਾਨ ਹੋ ਗਏ ਵੀ ਇਹਨੇ ਇੰਨੀ ਹਿਸਟਰੀ ਕਰੀ ਆ ਤੇ ਉਹਨਾਂ ਨੇ ਨਾ ਕੀ ਕੀਤਾ ਕੁਨਿੰਗਮ ਸੀਗਾ ਕੁਨਿੰਗਮ ਨੇ ਪਹਿਲੀ ਹਿਸਟਰੀ ਲਿਖੀ ਸਾਡੀ ਵੀ ਤੂੰ ਕਰ ਇੱਕ ਗੁਲਾਮ ਹੁਸੈਨ ਹੋਇਆ ਹੈ 1740 ਚ ਉਹਨੇ ਇੱਕ ਲਿਖੀ ਸੀ ਫਾਰਸੀ ਦੇ ਵਿੱਚ ਉਹਨੂੰ ਕੱਢ ਕੇ ਨਾ ਉਹਨਾਂ ਨੇ ਕੀ ਕੀਤਾ ਜਾਣ ਕੇ ਅਸਲੀਆਂ ਗੱਲਾਂ ਘੱਟ ਕਰਤੀਆਂ ਦੂਜੀਆਂ ਯਾਦ ਕਰਤੀਆਂ ਪਰ ਕੁਲਿੰਗਮ ਤਾਂ ਕਮਾਲ ਦਾ ਬੰਦਾ ਸੀ ਉਹਨੇ ਹਾਲਾਂਕਿ ਆਪਣੀ ਸਟ੍ਰੈਟਜੀ ਲਿਖਿਆ ਹੈਗਾ ਹਿਸਟਰੀ ਆਫ ਦਾ origin of ਸਿੱਖ ਨੇਸ਼ਨ ਪਹਿਲੀ ਤਾਂ ਸਿੱਖ ਨੇਸ਼ਨ ਯੂਜ਼ ਕੀਤਾ ਉਹਨੇ ਅੱਛਾ ਫਿਰ ਇਹਨਾਂ ਨੇ ਕੀ ਕੀਤਾ ਉਹਦੀ ਹਿੰਦੀ ਟ੍ਰਾਂਸਲੇਟ ਕਰਦੇ SGPC ਨੇ ਕੀ ਕੀਤਾ ਕਿਤਾਬ ਛਾਪੀ ਜਿਹੜੀ ਕਿ 99 ਚ ਬਿਲਕੁਲ ਬੈਨ ਕੀਤੀ ਗਈ ਹੁਣ ਇਹ ਕੀ ਕਰਦੇ ਨੇ ਨਾ ਉਹ ਤੁਹਾਡੀ ਹਿਸਟਰੀ ਨੂੰ ਉੱਥੋਂ ਲੈ ਕੇ ਕੀ ਕਰਦੇ ਨੇ ਨਾ ਹੁਣ ਇਹਨਾਂ ਦੀ ਕੋਸ਼ਿਸ਼ ਇਹ ਹੈਗੀ ਹੈ ਕਿ ਉਹ ਜਿਹੜੀ ਪੁਰਾਣੀ ਹਿਸਟਰੀ ਹੈ ਉਹ ਜੋ ਕੁਰੰਗਾਂ ਦੀ ਕਿਤਾਬ ਸੀ ਕੱਲ ਕਿਤਾਬ ਸੀਗੀ ਉਹ ਭਾਈ ਉਹਨੂੰ ਵੀ ਟਵਿਸਟ ਕੀਤਾ ਜਾ ਰਿਹਾ ਸਡਨਲੀ ਕੁਇਕਲੀ ਹਰੀ ਅਪ ਗੈਟ ਦ ਓਰੀਜਨਲ ਐਡੀਸ਼ਨ ਕਿੱਥੇ ਹੈਗੀ ਇੰਗਲੈਂਡ 'ਚ ਉਹ ਵਿਚਾਰਾ ਕੋਈ ਇੱਥੇ ਮਰ ਗਿਆ ਵਿਚਾਰਾ ਉਹਦੀ ਕੋਈ ਵੈਲਿਊ ਨਹੀਂ ਪਾਈ ਅਸੀਂ ਐਨੀਵੇ ਉਹਨੂੰ ਡਿਜੀਟਾਈਜ਼ ਕਰੋ ਰਾਈਟ ਵੇ ਜਿੱਥੇ ਓਰੀਜਨਲ ਪਬਲੀਕੇਸ਼ਨ ਹੈ ਜਿੱਥੇ ਕੱਢ ਕਰੋ ਨੰਬਰ 1 ਇਹ ਦੂਜਾ ਮੇਰਾ ਸੁਜੈਸ਼ਨ ਇਹ ਹੈਗਾ ਕਿ ਵਰਕ ਕਰੇ ਜਾਂ ਨਾ ਕਰੇ ਕ੍ਰੀਏਟ ਅ ਬੇਬੀ ਆਫ ਅਟਰਨੀਜ਼ ਐਂਡ ਲਾਇਰਸ ਦੀ ਇਨ ਫੀਲਡ 'ਚ ਉਹਨਾਂ ਨੂੰ ਡਾਇਸਪੋਰਾ ਫੰਡ ਕਰ ਸਕਦਾ ਹੈ ਉਹ ਕੀ ਕਰਨ ਜਿੱਥੇ ਕਿਤੇ ਵੀ ਕੋਈ ਸਾਡੇ ਪਰ ਲਿਖਦਾ ਹੈ ਸੂ ਕਰੋ ਯੂਜ਼ ਇਹ ਕਰ ਰਹੇ ਯੂਜ਼ ਕੀ ਕਰ ਰਹੇ ਨਾ ਉਹਨਾਂ ਨੇ ਇੱਕ ਬਣਾਇਆ ਹੋਇਆ ਜਿੱਥੇ ਕਿ ਹੁੰਦਾ ਦੇ ਹਿੱਟ ਸੋ ਵੀ ਰਿਕਮੈਂਡ ਕਿ ਪੰਜਾਬ ਦੇ ਵਿੱਚ ਅਟਰਨੀ 4 5 6 ਕੋਈ ਅਕੈਡਮਿਕ ਦਾ ਐਕਸਪਰਟ ਹੈ ਕੋਈ ਸੋਸ਼ਲ ਸਭ ਇਕੱਠੇ ਕਰ ਲਓ ਉਹਨਾਂ ਨੂੰ ਕੋਈ ਤੁਹਾਡਾ ਕੰਮ ਇਹ ਜਿੱਥੇ ਕਿ ਸਾਡਾ ਉਹਨੂੰ ਜਾ ਕੇ ਸੂ ਕਰੋ ਪਬਲਿਸ਼ ਕਰੀ ਜਾ ਰਿਹਾ ਜੇ ਅਰੋੜਾ ਲਿਖੀ ਸਾਡੇ ਬਟਲਾ ਉਹਨੂੰ ਸੂ ਕਰ ਦਿਓ ਉਹ ਸੂ ਕਰ ਦਿਓ ਕਿਉਂਕਿ ਜਿਹੜਾ ਹੈ ਨਾ ਇਹ ਜਿਹੜੀਆਂ ਚੀਜ਼ਾਂ ਈਵਨ ਕਿਉਂਕਿ ਐਜੂਕੇਸ਼ਨ ਇਜ਼ ਅ ਸਟੇਟ ਸਬਜੈਕਟ ਜੀ ਪਰ ਇਹਨਾਂ ਨੇ ਆਪਣਾ ਬਣਾ ਲਿਆ ਤੇ ਦੂਜਾ ਤਰੀਕਾ ਇਹ ਹੈਗਾ ਇਹ ਬੜਾ ਜ਼ਰੂਰੀ ਤੀਸਰਾ ਤਰੀਕਾ ਇਹ ਹੈਗਾ ਕਿ ਤੁਸੀਂ ਮੇਕ ਸ਼ੋਰ ਕਿ ਜਿਹੜੇ ਬਿਊਰੋਕਰੈਟ ਨੇ ਤੇ ਪੋਲੀਟੀਸ਼ੀਅਨ ਨੇ ਨਾ ਕਿਉਂਕਿ ਇਹਨਾਂ ਨੇ ਸਾਨੂੰ ਬਰਬਾਦ ਕਰਤਾ ਸਾਰਿਆਂ ਨੇ ਇਹ ਏਡੇ ਭੁੱਖੇ ਦੇ ਗੈਟ ਬ੍ਰਾਈਬ ਕੋਈ ਕਮੇਟੀ ਬਣਦੀ ਹੈ ਕੁਝ ਸਜੈਸਟ ਕਰਦੀ ਹੈ ਲਾਗੂ ਨਹੀਂ ਕਰਦੇ ਕਿਉਂਕਿ ਇਹਨਾਂ ਨੂੰ ਪੈਸੇ ਦੇ ਜਾਂਦੇ ਨੇ ਤੁਸੀਂ ਹੈਰਾਨ ਹੋਵੋਗੇ ਕਿ 6 ਮੈਂਬਰ ਕਮੇਟੀ ਦੇ ਜਿਹੜੇ ਸੁਜੈਸ਼ਨ ਸੀਗੇ ਉਹਨੇ ਬੜਾ ਡਿਟੇਲ ਕੰਮ ਕੀਤਾ ਜੀ ਵੀ 10 ਤੋਂ 12 ਤੱਕ ਵਰਡ ਹਿਸਟਰੀ ਪੜਾਓ ਇਹ ਕਰੋ 12 ਤੋਂ ਨਾ 8 ਤੋਂ 10 ਤੱਕ 10 ਤੋਂ 12 ਤੱਕ ਇਹ ਕਰੋ ਕਿਸੇ ਨੇ ਕੁਝ ਨਹੀਂ ਕੀਤਾ ਕਮੇਟੀ ਬਣ ਗਈ ਨਾ ਉਹ 'ਚ RS ਦੇ ਬੰਦੇ ਸੀਗੇ ਉਹ 'ਚ ਐਜੂਕੇਸ਼ਨ ਮਿਨਿਸਟਰ ਸੀਗਾ ਉਹ 'ਚ ਡਾਕਟਰ ਚੀਮਾ ਸੀਗਾ ਔਰ ਉਧਰ ਉਹਨੇ ਕੀ ਕੀਤਾ ਚੁੱਪ ਕਰਕੇ ਜਿਹੜਾ ਬੰਦਾ ਜਲੰਧਰ ਵਾਲਾ ਸੀਗਾ ਜਿਹਦੇ ਕੋਲ ਲੱਖਾਂ ਕਰੋੜ ਰੁਪਏ ਕਿਤਾਬ ਪਈ ਸੀ ਉਹਨੇ ਕਿ ਚੁੱਪ ਕਰੋ ਯਾਰ ਨਹੀਂ ਲਾਗੂ ਕਰਦੇ ਪੈਸੇ ਦਿੱਤੇ ਮੁੜ ਕੋਈ ਟੈਕਸਟ ਬੁੱਕ ਫਿਰ ਆ ਗਈਆਂ ਉਹੀ ਟੈਕਸਟ ਬੁੱਕ ਫਿਰ ਆ ਗਈਆਂ ਜਿਨ੍ਹਾਂ ਬੜੇ 6 ਕਮੇਟੀ ਮੈਂਬਰ ਨੇ ਇੰਨੇ ਸਾਲ 414 218 ਤੱਕ ਕੰਮ ਕੀਤਾ ਉਹਦੇ ਬਾਅਦ ਗੁਰਪ੍ਰੀਤ ਸਿੰਘ ਗੁਰਦਰਸ਼ਨ ਸਿੰਘ ਉਹਨਾਂ ਨੇ ਕੰਮ ਕੀਤਾ ਉਹ ਸਾਰਾ ਕੁਝ ਪਤਾ ਬੜਾ ਵੱਡਾ ਕੰਮ ਕੀਤਾ ਵੱਡਾ ਪੁਆਇੰਟ ਆਊਟ ਕੀਤਾ ਲੇਕਿਨ ਹਲੇ ਉੱਥੇ ਟਿਕਿਆ ਪਿਆ ਰਿਹਾ ਕੋਈ ਉਹਨੂੰ ਲਾਗੂ ਨਹੀਂ ਕਰ ਰਿਹਾ ਤੀਜਾ ਸੁਜੈਸ਼ਨ ਮੇਰਾ ਇਹੀ ਹੈ ਕਿ ਆਲਰੇਡੀ ਇੰਨਾ ਚੰਗਾ ਕੰਮ ਹੋ ਚੁੱਕਿਆ ਹੈ ਸੁਜੈਸ਼ਨ ਦਿੱਤੇ ਜਾ ਚੁੱਕੇ ਨੇ ਕਿੱਥੇ ਗਲਤੀਆਂ ਕਿਵੇਂ ਸੁਧਾਰ ਕਰਨਾ ਹੈ ਉਹ ਟੈਕਸਟ ਬੁੱਕਾਂ ਨੂੰ ਰੀਰਾਈਟ ਕਰਾਓ ਪਬਲਿਸ਼ ਕਰਾਓ ਔਰ ਅੱਜ ਕਿਉਂਕਿ ਜੇ ਆਮ ਪਾਰਟੀ ਕਹਿੰਦੀ ਅਸੀਂ ਬੜੇ ਨਿਰਪੱਖ ਤੇ ਬੜੇ ਕਰਫੀ ਹਾਂ ਜੇ ਹੁਣ ਮੌਕਾ ਹੈ ਨਾ ਹੁਣ ਉਹਨਾਂ ਨੂੰ ਦੁਬਾਰਾ ਲਿਖਾ ਕੇ ਕਰਾਓ ਤਾਂ ਜੋ ਇਸ ਵੇਲੇ ਜੋ ਟੈਕਸਟ ਬੁੱਕਾਂ ਹਲੇ ਵੀ ਐਗਜ਼ਿਸਟ ਕਰ ਰਹੀਆਂ ਨੇ ਜਿਨ੍ਹਾਂ 'ਚ ਡਿਸਟਾਰਟਡ ਹਿਸਟਰੀ ਆ
ਪਰ ਇਹਨੇ ਕਹਿੰਦਾ ਮੈਂ ਮਾਫੀ ਚਾਹੁੰਦਾ ਕਿਉਂਕਿ this is my suggestion, those 3 suggestions which can be done, it would be nice. ਜੀ ਇਹਦੇ ਵਿੱਚ ਮਾਫੀ ਮੰਗਣ ਦੀ ਕੋਈ ਬਿਲਕੁਲ ਵੀ ਲੋੜ ਨਹੀਂ ਹੈ ਡਾਕਟਰ ਸੁਖਮੰਦਰ ਸਿੰਘ ਜੀ। ਇਹ ਸੁਜੈਸ਼ਨਸ ਸਾਡੀ ਕੌਮ ਦਾ ਬਚਾਅ ਹੋ ਸਕਦੇ ਆ, ਸਾਡੇ ਇਤਿਹਾਸ ਦਾ ਬਚਾਅ ਹੋ ਸਕਦੇ ਆ। ਸੱਚ ਇੰਪੋਰਟੈਂਟ ਐਂਡ ਐਕਸ਼ਨੇਬਲ ਸੁਜੈਸ਼ਨ ਜੋ ਤੁਸੀਂ ਸਾਨੂੰ ਦਿੱਤੀਆਂ। ਡਿਜੀਟਾਈਜੇਸ਼ਨ ਦਾ ਕੰਮ ਤਾਂ ਹੁਣ ਸਾਰਿਆਂ ਨੂੰ ਥੋੜਾ ਥੋੜਾ ਸਮਝ ਆ ਰਿਹਾ ਕਿ ਕੀ ਉਹਦੀ ਵੈਲਿਊ ਹੋ ਸਕਦੀ ਹੈ, ਕੀ ਇੰਪੋਰਟੈਂਸ ਉਹ ਲੈ ਕੇ ਆ ਸਕਦਾ ਹੈ। ਬਟ ਜੋ ਤੁਸੀਂ ਇਹ ਟੀਮ ਆਫ ਲਾਇਰਸ ਅਟਰਨੀਜ਼ ਦੀ ਗੱਲ ਕੀਤੀ ਹੈ ਕਿ ਕੋਈ ਇਨਸੈਂਟਿਵ ਹੋਣਾ ਚਾਹੀਦਾ ਹੈ ਉਨ ਲੋਕਾਂ ਨੂੰ ਰੋਕਣ ਲਈ ਜੋ ਹਥਿਆਰ ਸਾਡੇ ਕੋਲ ਹਨ ਉਹਨਾਂ ਨੂੰ ਇਸਤੇਮਾਲ ਕੀਤਾ ਜਾਣਾ ਚਾਹੀਦਾ ਤਾਂ ਕਿ ਇਹੋ ਜੀ ਗਲਤ ਜਾਣਕਾਰੀ ਨਾ ਫੈਲਾਈ ਜਾਏ। ਅਗਰ ਫੈਲਾਈ ਜਾ ਰਹੀ ਹੈ ਉਹਨੂੰ ਉੱਥੇ ਹੀ ਰੋਕਿਆ ਜਾਏ ਫਰਮ ਦ ਰੂਟ, ਫਰਮ ਦ ਸੋਰਸ। ਇਨ ਚੀਜ਼ ਮੈਂ ਚੱਲ ਰਿਹਾ ਕਿਤੇ ਇਸ ਗੱਲ ਨੂੰ ਸੰਗੋ ਨਾ ਕਿਉਂਕਿ ਤੁਹਾਡੇ ਕੋਲੇ ਉਹਨੂੰ ਚੈਲੰਜ ਕਰਨ ਲਈ ਅਥੈਂਟੀਕੇਟਡ ਹਿਸਟਰੀ ਪਈ ਹੈ। ਸੋ ਤੁਸੀਂ ਜਦੋਂ ਸੂ ਕਰੋਗੇ ਉਹਨਾਂ ਨੂੰ ਇਹ ਦੇਖੋ here the yardstick, they are twisted, they owe this to. This is a big crime against an unethical crime against the system. ਉਹ ਫਿਰ ਡਰਨਗੇ ਲੋਕ ਜੀ। Absolutely, absolutely. I mean ਲੋਕਾਂ ਨੂੰ ਇਸ ਚੀਜ਼ ਤੋਂ ਕੋਈ ਜਿੱਦਾਂ ਕਹਿੰਦੇ ਨਾ ਨੈਗੇਟਿਵ ਉਹਦਾ ਇੰਪੈਕਟ ਮਹਿਸੂਸ ਹੋਣਾ ਚਾਹੀਦਾ ਹੈ। ਡਾਕਟਰ ਸਾਹਿਬ ਅਖੀਰ ਦੇ ਵਿੱਚ ਆਈ ਨੋ ਤੁਹਾਡਾ ਸਮਾਂ ਬਹੁਤ ਇੱਥੇ ਕੀਮਤੀ ਹੈ, ਯੂ ਡੋਨਟ ਹੈਵ ਅ ਲੋਟ ਆਫ ਟਾਈਮ ਲੈਫਟ ਵਿਦ ਅਸ, ਬਟ ਜਾਂਦੇ ਜਾਂਦੇ ਜਦੋਂ ਅਸੀਂ ਇਹੋ ਜਿਹੇ ਮੁੱਦਿਆਂ ਬਾਰੇ ਗੱਲ ਕਰਦੇ ਹਾਂ ਜੋ ਅਵੇਅਰਨੈਸ ਅਸੀਂ ਰੇਜ਼ ਕਰ ਸਕਦੇ ਹਾਂ ਇੱਕ ਦੂਜੇ ਦੇ ਨਾਲ, ਇਨ ਚੀਜ਼ਾਂ ਨੂੰ ਡਿਸਕਸ ਕਰਕੇ ਆਪ ਦੇ ਬੱਚਿਆਂ ਦੇ ਨਾਲ ਉਹਨਾਂ ਨੂੰ ਦੱਸ ਕੇ ਉਹਦੀ ਇੰਪੋਰਟੈਂਸ ਬਾਰੇ 2 ਲਫ਼ਜ਼ ਜ਼ਰੂਰ ਕਹੋ ਬਿਕੋਜ਼ ਅਵੇਅਰਨੈਸ ਉਸ ਇਗਨੋਰੈਂਸ ਨੂੰ ਹਟਾਉਣ ਲਈ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਇਹਦੇ ਬਾਰੇ ਮੈਂ ਤੁਹਾਡੇ ਤੋਂ ਕੁਝ ਸੁਣਨਾ ਚਾਹੁੰਦੀ ਹਾਂ। ਤੁਸੀਂ ਬੜਾ ਸੋਹਣੀ ਗੱਲ ਕਿ ਮੈਂ ਮਿਸ ਕਰ ਗਿਆ। ਇਹਦੇ ਵਿੱਚ 4 ਗੱਲਾਂ ਹੋ ਗਈਆਂ। ਨੰਬਰ 1 ਅਵੇਅਰਨੈਸ, ਦੈਟਸ ਮੋਸਟ ਇੰਪੋਰਟੈਂਟ। ਸੈਕੰਡ ਡਿਜੀਟਾਈਜੇਸ਼ਨ, ਥਰਡ ਟੀਮ ਆਫ ਲਾਇਰਸ, fourth as I said before that ਕਿ ਵੀ ਜਿਹੜਾ ਆਲਰੇਡੀ ਕੰਮ ਹੋ ਚੁੱਕਾ ਹੈ ਉਹਨੂੰ ਪ੍ਰਿੰਟ ਕਰਾ ਕੇ ਤੇ ਉਹਨੂੰ ਇੰਪਲੀਮੈਂਟ ਕਰਾ। ਇਹ 4 ਚੀਜ਼ਾਂ ਅਵੇਅਰਨੈਸ, digitization, team of lawyers, and get those things which already been through hard work of people have been already there all published now textbook ਤੇ ਉਹ ਇਹ ਠੀਕ ਹੈ। ਬੱਚਿਆਂ ਦੀ ਖਾਤਰ ਬੜੀ ਜ਼ਰੂਰੀ ਹੈ ਜੀ ਕਿਉਂਕਿ the most important tool they use to distort the history is through public schools and media. ਸਭ ਨੇ ਕੀਤਾ ਹਿਸਟੋਰੀਕਲੀ ਉਹਦੇ ਵਿੱਚ ਇਸ ਕਿਉਂਕਿ ਜਿਹੜੇ ਯੰਗਰ ਜਨਰੇਸ਼ਨ ਹੈ ਜਦੋਂ ਉਹਨਾਂ ਨੂੰ ਫੀਡ ਹੀ ਨਹੀਂ ਕੀਤਾ ਗਿਆ ਕੋਈ ਤੁਹਾਡੇ ਨਹੀਂ ਤੇ ਨੈਚੁਰਲੀ ਜਦੋਂ ਜੋ ਪੜ੍ਹਨਗੇ ਤਾਂ ਕਹਿਣਗੇ ਦੇ ਵਿਲ ਡਿਸਰਿਗਾਰਡ ਯੋਰ ਓਨ ਹਿਸਟਰੀ। ਪਰ ਮੋੜ ਪੈ ਗਿਆ, ਤੁਸੀਂ ਡਿਸਟਰਕਸ਼ਨ ਵੱਲ ਰੁੜ ਗਏ। ਇਸ ਕਰਕੇ ਨਾ ਬੱਚਿਆਂ ਦੀ ਟੈਕਸਟ ਬੁੱਕ ਜਿਹੜੀ ਹੈ ਨਾ ਇਸ ਵੇਲੇ ਇਮੀਡੀਏਟ ਮੋਸਟ ਅਰਜੈਂਟ ਕਾਜ਼ ਹੈ ਕਿ 6 ਮੈਂਬਰ ਕਮੇਟੀ ਦਾ ਡਾਕਟਰ ਬਲਵੰਤ ਸਿੰਘ ਢਿੱਲੋਂ ਹਲੇ ਵੀ ਜਿੰਦਾ ਨੇ, ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਹੈਗੇ, ਡਾਕਟਰ ਕਿਰਪਾਲ ਸਿੰਘ ਦੀ ਡੈਥ ਹੋ ਗਈ ਹੈ, ਲੇਕਿਨ ਡਾਕਟਰ JS ਗਰੇਵਾਲ, ਇੰਦੂ ਬੱਗਾ ਜਿਨ੍ਹਾਂ ਨੇ 2014 ਤੋਂ 2018 ਤੱਕ ਸਾਰਾ ਸਟੱਡੀ ਕਰਕੇ ਨਵਾਂ ਕੁਰੀਕੁਲਮ ਲਿਖ ਕੇ ਦਿੱਤਾ ਹੈਗਾ। ਉਹ ਤੋਂ ਬਾਅਦ ਗੁਰਪ੍ਰੀਤ ਸਿੰਘ, ਡਾਕਟਰ ਗੁਰਦਰਸ਼ਨ ਸਿੰਘ ਤੇ ਗੁਰਤੇਜ ਸਿੰਘ, ਇਹਨਾਂ ਨੇ ਇੱਕ ਸਾਰਾ ਕੰਮ ਗਰਾਊਂਡ ਵਰਕ ਕੀਤਾ ਹੋਇਆ। ਉਹ ਪਈਆਂ ਨੇ ਔਰ ਇੰਪਲੀਮੈਂਟ ਕਰਾਓ ਤਾਂ ਜੋ ਬੱਚਿਆਂ ਦੀ ਟੈਕਸਟ ਬੁੱਕਾਂ 'ਚ ਇਹਨਾਂ ਦੀ ਕਰੈਕਟ ਕੀਤੀ ਹੋਈ ਵਰਜ਼ਨ ਪ੍ਰਿੰਟ ਹੋਵੇ। ਉਹ ਟੈਕਸਟ ਬੁੱਕਾਂ ਮੁੱਖ ਵਜ੍ਹਾ ਔਰ ਡਿਕਲੇਅਰ ਕਰੋ ਕਿ ਐਜੂਕੇਸ਼ਨ ਇਜ਼ ਅ ਸਟੇਟ ਸਬਜੈਕਟ। ਵਾਈ ਸ਼ੁੱਡ ਵੀ have our curriculum at par with the central secondary board? Absolutely. So they are forcing Punjab Education Board to have their syllabus at par with the central. No, this is fundamentally constitutionally wrong. Education is a state subject. They should not be forced that their curriculum textbook should be at par with the syllabus recommended by Central Secondary Board. Especially in a country like India, ਜਿੱਥੇ ਹਰ ਇੱਕ ਸਟੇਟ ਦੀ ਇੰਨੀ ਰਿਚ, ਇੰਨੀ ਡਾਈਵਰਸ ਤੇ ਵੱਖਰੀ ਆਪ ਦੀ ਹਿਸਟਰੀ ਹੈਗੀ, ਉੱਥੇ ਇਸ ਚੀਜ਼ ਨੂੰ ਹੋਰ ਵੀ ਵੱਡੇ ਲੈਵਲ ਤੇ ਇੰਪਲੀਮੈਂਟ ਕਰਨਾ ਚਾਹੀਦਾ ਹੈ। ਵਨਸ ਅਗੇਨ ਡਾਕਟਰ ਸੁਖਮੰਦਰ ਸਿੰਘ ਜੀ, ਆਈ ਥਿੰਕ ਅੱਜ ਅਸੀਂ ਇਸ ਗੱਲ ਦੀ ਸ਼ੁਰੂਆਤ ਜ਼ਰੂਰ ਕੀਤੀ ਹੈ, ਬਟ ਇਹਦੇ ਉੱਤੇ ਕਿੰਨੇ ਹੀ ਪ੍ਰੋਗਰਾਮਸ ਹੋ ਸਕਦੇ ਹੈ। ਹਿਸਟੋਰੀਅਨਸ ਨੂੰ ਨਾਲ ਰਲ ਕੇ ਅਸੀਂ ਇਸ ਚੀਜ਼ ਨੂੰ ਬਾਰ-ਬਾਰ ਡਿਸਕਸ ਕਰਨਗੇ ਤਦ ਹੀ ਇਹਦਾ ਕੋਈ ਹੱਲ ਅਸੀਂ ਕੱਢ ਸਕਦੇ ਹਾਂ। ਜਾਣਕਾਰੀ, ਜਿਸ ਤਰ੍ਹਾਂ ਤੁਸੀਂ ਕਿਹਾ, ਅਵੇਅਰਨੈਸ ਇਜ਼ ਦ ਨੰਬਰ 1 solution that we can utilize to stop this effort. I'm not just a historian. History ਮੇਰੀ ਵੇਲੇ ਆਤਾ ਮੈਂ ਪੜ੍ਹਨ ਲੱਗ ਜਾਣਾ ਕਿਉਂਕਿ ਮੈਨੂੰ ਬਾਹਰ ਬੈਠਾ ਪਰ ਮੈਨੂੰ ਮੇਰਾ ਅੰਦਰ ਵਾਲਾ ਬਹੁਤ ਖਾਣਾ ਜਿਵੇਂ ਪੰਜਾਬ ਨੂੰ ਦੇਖਦਾ ਓਏ ਤੁਹਾਡੀ ਕਿਸੇ ਹੋਸ਼ ਕਰੋ ਉਠੋ ਨਹੀਂ ਤੇ ਤੁਸੀਂ ਇਸ ਵੇ ਬਰਬਾਦੀ ਪਰ ਧੱਕੇ ਜਾ ਰਹੇ ਹੋ academically, religiously, culturally, socially. Absolutely.
ਥੈਂਕ ਯੂ ਸੋ ਮਚ। ਹਮੇਸ਼ਾ ਤੁਸੀਂ ਜਿਸ ਤਰ੍ਹਾਂ ਇੱਕ ਕਲੈਰੀਅਨ ਕਾਲ ਦਿੰਦੇ ਹੋ ਡਾਕਟਰ ਸੁਖਮੰਦਰ ਜੀ, ਇੱਕ ਜਜ਼ਬੇ ਦੇ ਨਾਲ ਤੁਸੀਂ ਸਾਨੂੰ ਸਾਰਿਆਂ ਨੂੰ ਇੱਕ ਵਾਰੀ ਫਿਰ ਸਾਡਾ ਹੌਸਲਾ ਬੁਲੰਦ ਕਰ ਦਿੰਦੇ ਹੋ। ਥੈਂਕ ਯੂ ਸੋ ਮਚ ਫॉर योर ਪੈਸ਼ਨ ਐਂਡ ਡੈਡੀਕੇਸ਼ਨ ਸਾਡੀ ਕੌਮ ਲਈ, ਸਾਡੇ ਇਤਿਹਾਸ ਨੂੰ ਸਾਂਭਣ ਲਈ। ਥੈਂਕ ਯੂ once again for all of your hard work. Dr. Sukhwinder Singh ji is joining us this evening. Dr. Sahab, have a good rest of your evening. Sat Sri Akal. ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਦੇ ਵਿੱਚ ਇੱਕ ਵਾਰੀ ਫਿਰ ਮੈਂ ਡਾਕਟਰ ਸੁਖਮੰਦਰ ਸਿੰਘ ਜੀ ਦੇ ਕੁਝ ਸੁਝਾਅ ਰੀਇਟਰੇਟ ਕਰਨਾ ਚਾਹੁੰਦੀ ਹਾਂ ਸਾਡੇ ਸਾਰਿਆਂ ਲਈ। ਜਿੱਥੇ ਇਤਿਹਾਸ ਦੀ ਗੱਲ ਆਉਂਦੀ ਹੈ, ਭਾਵੇਂ ਇੱਕ ਬਹੁਤ ਵੱਡੇ ਲੈਵਲ 'ਤੇ ਇੱਕ ਸਿਸਟਮੈਟਿਕ ਐਫਰਟ ਜ਼ਰੂਰ ਹੋ ਰਹੀ ਹੈ, ਬਟ ਇਹਦੇ ਵਿੱਚ ਅਸੀਂ ਇੱਕ ਇੰਡੀਵਿਜੂਅਲ ਤੌਰ 'ਤੇ ਬਹੁਤ ਕੁਝ ਕਰ ਸਕਦੇ ਹਾਂ। ਸਭ ਤੋਂ ਪਹਿਲੇ ਤਾਂ ਇਹਦੇ ਬਾਰੇ ਗੱਲ ਕਰ ਸਕਦੇ ਹਾਂ ਇੱਕ ਦੂਜੇ ਦੇ ਨਾਲ, ਸਾਡੇ ਬੱਚਿਆਂ ਦੇ ਨਾਲ। ਭਾਵੇਂ ਉਹਨਾਂ ਲਈ ਸਭ ਤੋਂ ਇੰਟਰਸਟਿੰਗ ਚੀਜ਼ ਨਾ ਹੋਏ ਡਿਸਕਸ ਕਰਨ ਲਈ, ਜੋ ਤੁਸੀਂ ਬਹਿ ਕੇ ਡਿਨਰ ਟੇਬਲ 'ਤੇ ਇਕੱਠੇ ਇੱਕ ਪਰਿਵਾਰ ਤੌਰ 'ਤੇ ਜਾਂ ਆਪਦੇ ਦੋਸਤਾਂ ਮਿੱਤਰਾਂ ਦੇ ਨਾਲ ਬਹਿੰਦੇ ਹੋ, ਇਹ ਚੀਜ਼ ਨੂੰ ਡਿਸਕਸ ਕਰਨਾ ਬਹੁਤ ਜ਼ਰੂਰੀ ਹੈ। ਦੂਜੇ ਪੱਖੋਂ ਡਿਜੀਟਾਈਜੇਸ਼ਨ, ਜਿਹਦੇ ਵਿੱਚ ਜੋ ਅਗਲੀ ਪੀੜ੍ਹੀ ਹੈ ਉਹਨਾਂ ਦੀ ਅਸੀਂ ਹੈਲਪ ਲੈ ਸਕਦੇ ਹਾਂ। ਅਗਰ ਤੁਹਾਨੂੰ ਡਿਜੀਟਾਈਜੇਸ਼ਨ ਦੇ ਜੋ ਵੱਖ-ਵੱਖ ਇਨੀਸ਼ੀਏਟਿਵਸ ਅੰਡਰਵੇ ਹੈਗੇ, ਉਹਨਾਂ ਬਾਰੇ ਇੰਨੀ ਜਾਣਕਾਰੀ ਨਹੀਂ ਹੈਗੀ, ਆਪਦੇ ਬੇਟੇ ਬੱਚਿਆਂ ਤੋਂ ਪੁੱਛਿਓ, ਬੇਟੀਆਂ ਤੋਂ ਪੁੱਛਿਓ, ਗ੍ਰੈਂਡ ਬੱਚਿਆਂ ਤੋਂ ਪੁੱਛਿਓ ਕਿ ਕੀ ਕੁਝ ਹੋ ਰਿਹਾ ਹੈ ਸਾਡੇ ਇਤਿਹਾਸ ਨੂੰ ਸਾਂਭਣ ਲਈ। ਅਗਰ ਉਹਨਾਂ ਨੂੰ ਨਹੀਂ ਪਤਾ, ਉਹਨੂੰ ਪੁੱਛੋ ਅਸੀਂ ਕੀ ਲੱਭ ਸਕਦੇ ਹਾਂ। ਇੰਟਰਨੈਟ ਬਹੁਤ ਵਧੀਆ ਟੂਲ ਹੈ ਇਸ ਚੀਜ਼ ਲਈ ਕਿ ਸਿੱਖ ਹਿਸਟਰੀ ਨੂੰ ਪ੍ਰੀਜ਼ਰਵ ਕਰਨ ਲਈ ਕੀ ਕੁਝ ਡਿਜੀਟਾਈਜੇਸ਼ਨ ਐਫਰਟਸ ਅੰਡਰਵੇ ਹਨ। ਬਿਕੋਜ਼ ਕੋਈ ਵੀ ਕਾਗਜ਼, ਕੋਈ ਵੀ ਆਰਟੀਫੈਕਟ ਨੂੰ ਅਨਫੋਰਚੂਨੇਟਲੀ ਮਿਟਾਇਆ ਜਾ ਸਕਦਾ ਹੈ, ਬਟ ਡਿਜੀਟਾਈਜੇਸ਼ਨ ਇੱਕ ਇਹੋ ਜਿਹਾ ਹਥਿਆਰ ਹੈ ਸਾਡੇ ਕੋਲ ਜਿਹਦੇ ਨਾਲ ਕਿਸੇ ਵੀ ਆਰਟੀਫੈਕਟ ਨੂੰ ਅਸੀਂ ਸਾਂਭ ਕੇ ਰੱਖ ਸਕਦੇ ਹਾਂ ਅਗਲੀ ਪੀੜ੍ਹੀ ਲਈ, ਕਿੰਨੀ ਜਨਰੇਸ਼ਨਸ ਲਈ। ਐਂਡ ਲਾਸਟ ਬਟ ਨਾਟ ਲੀਸਟ, ਜੋ ਆਲਰੇਡੀ ਹੋ ਚੁੱਕਿਆ ਹੈ ਉਹਨੂੰ ਰੋਕਣ ਲਈ ਜੋ ਗਲਤ ਚੀਜ਼ਾਂ ਲਿਖੀਆਂ ਜਾ ਰਹੀਆਂ, ਪ੍ਰਿੰਟ ਕੀਤੀਆਂ ਜਾ ਰਹੀਆਂ, ਟੈਕਸਟ ਬੁੱਕਸ ਦੇ ਵਿੱਚ ਵੰਡੀਆਂ ਅਤੇ ਸਿਖਾਈਆਂ ਜਾ ਰਹੀਆਂ ਬੱਚਿਆਂ ਨੂੰ, ਉਸ ਚੀਜ਼ ਨੂੰ ਸਾਨੂੰ ਇੱਕ ਰੈਟਰੋਐਕਟਿਵ ਐਫਰਟ ਪਿੱਛੇ ਜਾ ਕੇ ਉਹਨਾਂ ਨੂੰ ਖਤਮ ਕਰਨ ਦੀ ਲੋੜ ਹੈ, ਉਹਨਾਂ ਨੂੰ ਚੇਂਜ ਕਰਨ ਦੀ ਲੋੜ ਹੈ, ਰੋਕਣ ਦੀ ਲੋੜ ਹੈ। ਅਤੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਹੋ ਰਹੀਆਂ ਉਹਨਾਂ ਨੂੰ ਡਿਸਕਰੇਜ ਕਰਨ ਦੀ ਲੋੜ ਹੈ। ਅਗਰ ਸਾਡੇ ਕੋਲ ਕਾਨੂੰਨੀ ਤੌਰ 'ਤੇ ਜੋ ਹਥਿਆਰ ਹਨ ਉਹਨਾਂ ਨੂੰ ਵਰਤਣ ਦੀ ਲੋੜ ਹੈ। ਟੀਮ ਆਫ ਲਾਇਰਸ, ਲਾਅ ਸੂਟਸ, ਜੋ ਕਾਨੂੰਨ ਹੈ ਉਹ ਸਿਰਫ ਕਿਸੇ ਇੱਕ ਸਟੇਟ ਜਾਂ ਕਿਸੇ ਇੱਕ ਮੁਲਕ ਦੇ ਵਿੱਚ ਨਹੀਂ ਹੈ। ਕਾਨੂੰਨ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਵੱਖ-ਵੱਖ ਲੈਵਲਸ 'ਤੇ ਵਰਤਿਆ ਜਾ ਸਕਦਾ ਹੈ। ਉਸ ਚੀਜ਼ ਬਾਰੇ ਸਾਨੂੰ ਹੋਰ ਜਾਣਕਾਰੀ ਪਾਉਣੀ ਚਾਹੀਦੀ ਹੈ। ਵਾਂਸ ਅਗੇਨ ਅੱਜ ਅਸੀਂ ਇਸ ਮੁੱਦੇ ਨੂੰ ਜ਼ਰੂਰ ਚੁੱਕਿਆ ਤੁਹਾਡੇ ਨਾਲ, ਬਟ ਇਹ ਜੋ ਟੌਪਿਕ ਹੈ ਇਹਨੂੰ ਬਾਰ-ਬਾਰ ਸਾਨੂੰ ਡਿਸਕਸ ਕਰਨਾ ਪੈਣਾ ਹੈ, ਬਿਕੋਜ਼ ਇਹ ਇੱਕ ਬਹੁਤ ਇੰਪੋਰਟੈਂਟ ਅਤੇ ਅਸੀਂ ਕਹਿ ਸਕਦੇ ਹਾਂ ਕ੍ਰਿਟੀਕਲ ਮੁੱਦਾ ਬਣਿਆ ਹੋਇਆ ਹੈ। ਸੋ ਇਸ ਪ੍ਰੋਗਰਾਮ ਦੇ ਨਾਲ ਹੋਰ ਵੀ ਪ੍ਰੋਗਰਾਮ ਤੁਹਾਡੇ ਨਾਲ ਪੇਸ਼ ਕਰਦੇ ਰਹਾਂਗੇ। ਅੱਜ ਦੇ ਪ੍ਰੋਗਰਾਮ ਨੂੰ ਲੈ ਕੇ ਜਾਂ ਸਾਡੇ ਗੈਸਟ ਲਈ, ਸਾਡੇ ਲਈ ਕੋਈ ਵੀ ਤੁਹਾਡੇ ਕੋਲ ਕੁਐਸਚਨਸ, ਕਮੈਂਟਸ, ਕੰਸਰਨਸ, ਤੁਸੀਂ ਜ਼ਰੂਰ ਸਾਨੂੰ ਲਿਖ ਸਕਦੇ ਹੋ, ਆਪਦੇ ਸੁਝਾਅ ਸਾਨੂੰ ਦੇ ਸਕਦੇ ਹੋ at info@justbroadcasting.com, ashmita@justbroadcasting.com। ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਮੈਨੂੰ ਲਿਖਦੇ ਹੋ। ਇਹਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਹੁਣ ਸਾਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।